सतगुर की सेवा सफल है, जे को करे चित लाए। सतगुर की सेवा। गुरु जी की फतेह। ਅੱਜ ਜਿਵੇਂ ਕੱਲ ਡਾਕਟਰ ਅਮਨਪ੍ਰੀਤ ਮੈਮ ਨੇ ਤੁਹਾਨੂੰ ਥੋੜਾ ਬਹੁਤ ਹੈਲਥ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਸੀ ਤੇ ਰਜਿੰਦਰ ਸਰ ਨੇ ਤੁਹਾਨੂੰ ਦੱਸਿਆ ਸੀ ਪਰਸਨੈਲਿਟੀ ਡਿਵੈਲਪਮੈਂਟ ਦੇ ਬਾਰੇ, ਹੈ ਨਾ। ਉਹਦੇ 'ਚ ਫਿਜ਼ੀਕਲ ਸਟਰੈਂਥ, ਇਮੋਸ਼ਨਲ ਸਟਰੈਂਥ, ਸੋਸ਼ਲ ਜਿਹੜੀ ਤੁਹਾਡੀ ਸਟਰੈਂਥ ਹੈ, ਇਮੋਸ਼ਨਲ ਵੀ ਹੋਗੀ, ਮੈਂਟਲ ਸਟਰੈਂਥ ਵੀ ਹੋਗੀ, ਉਹ ਸਾਰੀਆਂ ਪੁਆਇੰਟਸ ਉਹਨਾਂ ਨੇ ਮੈਂਸ਼ਨ ਕੀਤੇ ਸੀ। ਤੇ ਅੱਜ ਜਿਹੜਾ ਟੌਪਿਕ ਹੈ ਇਹ ਹੈ ਰਿਤੂਚਰਿਆ। ਰਿਤੂ ਅਸੀਂ ਜਾਣਦੇ ਹਾਂ, ਤੁਸੀਂ ਸਾਰੇ ਬੱਚੇ, ਕੋਈ ਵੀ ਬੱਚਾ ਹਿੰਦੀ ਨਾਲੋਂ ਅਨਅਵੇਅਰ ਨਹੀਂ ਹੈਗਾ, ਹੈ ਨਾ। ਹਿੰਦੀ ਤੁਸੀਂ ਪੜ੍ਹਦੇ ਹੀ ਹੋ ਸਕੂਲਾਂ ਵਿੱਚ ਤੇ ਥੋੜ੍ਹਾ ਬਹੁਤ ਯੂ ਕੈਨ ਅੰਡਰਸਟੈਂਡ। ਰਿਤੂ ਇਜ਼ ਸੀਜ਼ਨ, ਠੀਕ ਹੈ। ਸੀਜ਼ਨ ਹੁੰਦੇ ਜਿਹੜੇ ਆਪਾਂ ਕਹਿੰਦੇ ਕਿ ਕਦੇ ਸਰਦੀਆਂ ਹੋ ਗਈਆਂ, ਕਦੇ ਗਰਮੀਆਂ ਹੋ ਗਈਆਂ, ਕਦੇ ਬਰਸਾਤ ਹੋ ਗਈ, ਤੇ ਰਿਤੂ ਉਹ ਹੈ। ਤੇ ਚਰਿਆ ਮਤਲਬ ਹਰ ਰਿਤੂ ਦੇ ਅਕੋਰਡਿੰਗ ਤੁਸੀਂ ਆਪਣੀ ਲਾਈਫ 'ਚ ਕੀ ਚੀਜ਼ ਨੂੰ ਅਡੈਪਟ ਕਰਨਾ ਹੈਗਾ, ਕਿੱਦਾਂ ਦਾ ਤੁਸੀਂ ਲਾਈਫ ਜੀਣੀ ਹੈ, ਕੀ ਖਾਣਾ ਹੈ, ਕੀ ਨਹੀਂ ਖਾਣਾ, ਕਿਹੜੀ ਤੁਸੀਂ ਐਕਸ਼ਨਸ ਕਰਨੇ ਹੈ, ਕਿਹੜੇ ਨਹੀਂ ਕਰਨੇ। ਉਹ ਚੀਜ਼ਾਂ ਥੋੜ੍ਹੀਆਂ ਜਿੱਦਾਂ ਅਸੀਂ ਦਿਨਚਰਿਆ ਵੀ ਪੜ੍ਹਦੇ ਹਾਂ, ਹੈ ਨਾ। ਤੁਸੀਂ ਮੋਰਨਿੰਗ ਤੋਂ ਲੈ ਕੇ ਨਾਈਟ ਤੱਕ ਕੀ ਕੰਮ ਕਰਨੇ ਹੈ, ਕੀ ਨਹੀਂ ਕਰਨੇ ਹੈਗੇ, ਕਿਹੜੀ ਚੀਜ਼ ਤੁਹਾਡੀ ਹੈਲਥ ਨੂੰ ਇਫੈਕਟ ਕਰ ਸਕਦੀ ਹੈ, ਫਿਜ਼ੀਕਲੀ ਹੋਏ ਚਾਹੇ ਮੈਂਟਲੀ ਹੋਏ ਚਾਹੇ ਇਮੋਸ਼ਨਲੀ ਹੋਏ। ਇਨ ਦਾ ਸੇਮ ਵੇ ਰਿਤੂਚਰਿਆ ਜੋ ਹੈ, ਸੀਜ਼ਨਲ ਰੈਜੀਮੈਂਟਸ, ਇਹ ਤੁਹਾਨੂੰ ਥੋੜ੍ਹੀ ਜਿਹੀ ਨੌਲੇਜ ਦੇਣਗੇ ਕਿ ਸੀਜ਼ਨਸ ਦੇ ਅਕੋਰਡਿੰਗ ਕਿਹੜੀ ਚੀਜ਼ ਸਾਨੂੰ ਖਾਣੀ ਚਾਹੀਦੀ ਹੈ, ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਹੈ, ਕਿਹੜੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ, ਸੋ ਦੈਟ ਕਿ ਤੁਹਾਡੀ ਹੈਲਥ ਜਿਹੜੀ ਹੈਗੀ ਹੈ ਉਹ ਵਧੀਆ ਰਹੇ। ਐਜ਼ ਇਨ ਤੁਸੀਂ ਸਾਰੇ ਬੱਚੇ ਆਪਣੇ ਗਰੋਇੰਗ ਈਅਰਸ ਵਿੱਚ ਹੋ, ਕਾਫੀ ਬੱਚੇ ਗਰੋਇੰਗ ਈਅਰਸ ਵਿੱਚ ਨੇ, ਤੁਸੀਂ ਸਾਰੇ ਵੱਧ ਰਹੇ ਹੋ, ਆਪਣੀ ਏਜ ਦੇ ਇੱਕ ਐਸੇ ਮੁਕਾਮ 'ਤੇ ਜਾ ਰਹੇ ਹੋ ਕਿ ਅੱਗੇ ਲਾਈਫ 'ਚ ਤੁਹਾਨੂੰ ਟਫੈਸਟ ਸਿਚੁਏਸ਼ਨਸ ਨੂੰ ਫੇਸ ਕਰਨਾ ਪਏਗਾ, ਠੀਕ ਹੈ। ਫਿਜ਼ੀਕਲ ਸਟਰੈਂਥ ਵੀ ਚਾਹੀਦੀ ਹੈ। ਜਿੱਦਾਂ ਕੱਲ੍ਹ ਇੱਕ ਬੱਚੇ ਨੇ ਕਿਹਾ ਹਾਰਡ ਵਰਕ ਕਰਨਾ ਬੜਾ ਮੁਸ਼ਕਿਲ ਹੈ। ਹਾਰਡ ਵਰਕ ਸਾਨੂੰ ਲੱਗਦਾ ਹੈ ਕਿ ਫਿਜ਼ੀਕਲੀ ਅਸੀਂ ਹਾਰਡ ਵਰਕ ਕਰਨਾ ਹੈ, ਫਿਜ਼ੀਕਲ ਸਟੈਮਿਨਾ ਐਕਚੁਅਲੀ ਜ਼ਰੂਰੀ ਹੈਗਾ, ਬਟ ਹਰ ਚੀਜ਼ ਇੱਥੇ ਹੈ। ਜਿਹੜੀ ਗੱਲ ਤੁਸੀਂ ਇੱਥੋਂ ਧਾਰ ਲਈ, ਮੰਨ ਲਈ ਕਿ ਅਸੀਂ ਕਰਨੀ ਹੈ, ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਠੀਕ ਹੈ। ਬ੍ਰੇਨ ਦੇ ਪਾਰਟ ਵਿੱਚ ਨਾ ਆਲਵੇਜ਼ ਇੱਥੇ ਪੌਂਸ ਮੈਡਿਊਲਾ ਦੇ ਕੋਲ ਮੋਟੀਵੇਸ਼ਨਲ ਇੱਕ ਏਰੀਆ ਹੈਗਾ। ਕੋਈ ਬੱਚਾ ਨਸ਼ਿਆਂ ਵੱਲ ਜਾ ਰਿਹਾ ਹੈ, ਤੁਹਾਨੂੰ ਕੋਈ ਨਹੀਂ ਪਾ ਰਿਹਾ, ਖਿੱਚ ਕੇ ਨਹੀਂ ਲੈ ਕੇ ਜਾ ਰਿਹਾ ਕਿ ਤੁਸੀਂ ਨਸ਼ੇ ਕਰੋ। ਤੁਹਾਨੂੰ ਕੋਈ ਨਹੀਂ ਕਹਿ ਰਿਹਾ ਕਿ ਤੁਹਾਡੇ ਐਗਜ਼ਾਮ ਨੇ ਤੁਸੀਂ ਸੁੱਤੇ ਰਹੋ, ਕੋਈ ਨਹੀਂ ਕਹਿ ਰਿਹਾ। ਤੁਸੀਂ ਜਾ ਕੇ ਮੋਮੋਸ ਖਾਵੋ, ਇਹ ਖਾਵੋ, ਉਹ ਖਾਵੋ, ਜਿਹੜੀ ਤੁਹਾਡੀ ਹੈਲਥ ਨੂੰ ਇਫੈਕਟ ਦੇ ਦੇ, ਬੈਡ ਇਫੈਕਟ ਤੁਹਾਨੂੰ ਡਿਜ਼ੀਜ਼ਡ ਕਰ ਦੇ। ਜਿੱਦਾਂ ਮੈਮ ਨੇ ਕਿਹਾ ਸੀ ਕਿ ਲਾਇਬਿਲਿਟੀ ਨਹੀਂ ਬਣਨਾ, ਠੀਕ ਹੈ। ਲਾਇਬਿਲਿਟੀ ਨਾ ਬਣੋ, ਤੁਸੀਂ ਨੇਸ਼ਨ ਦਾ ਫਿਊਚਰ ਹੋ, ਸਟਰੈਂਥ ਬਣੋ ਨੇਚਰ ਦੀ, ਠੀਕ ਹੈ। ਐਸਾ ਯੂਥ ਬਣੋ ਕਿ ਤੁਸੀਂ ਨੇਚਰ ਨੂੰ ਲੀਡ ਕਰੋ, ਠੀਕ ਹੈ। ਤੇ ਉਹਦੇ ਲਈ ਅਸੀਂ ਜਿਹੜੇ ਵੀ ਲੈਕਚਰਸ ਤੁਹਾਨੂੰ ਦੇਵਾਂਗੇ, ਟਰਾਈ ਕਰੋ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਲਾਈਫ 'ਚ ਅਡੈਪਟ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਸਾਰੇ ਚਾਹੁੰਦੇ ਹੋ, ਅਸੀਂ PPTs ਬਣਾਈਆਂ ਨੇ, ਅਸੀਂ ਇੱਥੇ ਜਿਹੜੇ ਵੀ ਸਾਡੇ ਕਮੇਟੀ ਮੈਂਬਰਸ ਨੇ, ਜਿਨ੍ਹਾਂ ਨੇ ਆਰਗੇਨਾਈਜ਼ਰਸ ਨੇ, ਅਸੀਂ ਇਹਨਾਂ ਨੂੰ ਦੇ ਦਿਆਂਗੇ, ਠੀਕ ਹੈ। ਤੁਸੀਂ ਇਹਨਾਂ ਕੋਲੋਂ ਲੈ ਲਓ, ਫॉर ਲਾਈਫ ਟਾਈਮ ਤੁਹਾਡੇ ਕੋਲ ਰਹਿਣਗੀਆਂ। ਕਦੇ ਕੋਈ ਗੱਲ ਤੁਸੀਂ ਭੁੱਲ ਵੀ ਜਾਂਦੇ ਹੋ, ਦੁਬਾਰਾ ਓਪਨ ਕਰਕੇ ਦੇਖੋ, ਸੋ ਦੈਟ ਆਪਣੀ ਲਾਈਫ ਨੂੰ ਹੈਲਦੀ ਬਣਾ ਸਕੋ, ਠੀਕ ਹੈ। ਘਰ ਵੀ ਸਾਰਿਆਂ ਨੂੰ ਫੋਲੋ ਕਰਵਾਓ। ਚਲੋ ਜ਼ਿਆਦਾ ਨਾ ਬੋਲਦੇ ਹੋਏ ਮੈਂ ਤੁਹਾਨੂੰ ਦੱਸਦੀ ਹਾਂ ਸੀਜ਼ਨਲ ਰੈਜੀਮੈਂਟਸ ਦੇ ਬਾਰੇ। ਹੁਣ ਕਿਹੜੀ ਰਿਤੂ ਚੱਲ ਰਹੀ ਹੈ? ਬਰਸਾਤ ਕਹਿੰਦੇ ਨਾ ਅਸੀਂ, ਵਰਸ਼ਾ ਰਿਤੂ, ਬਾਰਿਸ਼ ਪੈ ਰਹੀ ਹੈ ਨਾ। ਤੇ ਦਿਸ ਇਜ਼ ਰੇਨੀ ਸੀਜ਼ਨ। ਨੈਕਸਟ, ਬੇਸਿਕਲੀ ਕੀ ਹੁੰਦਾ, ਜਿਹੜਾ ਸਾਡਾ ਸਾਲ ਹੈ, ਇੱਕ ਈਅਰ ਹੈ ਨਾ, ਦੈਟ ਇਜ਼ ਬੇਸਿਕਲੀ ਡਿਵਾਈਡਡ ਇਨਟੂ 2 ਪਾਰਟਸ। ਉਹ 2 ਹਿੱਸਿਆਂ 'ਚ ਡਿਵਾਈਡਡ ਹੈ, ਠੀਕ ਹੈ। ਕਿੱਦਾਂ ਡਿਵਾਈਡਡ ਹੈ? ਪਾਰਟ ਸਾਲ ਦਾ ਅੱਧਾ ਹਿੱਸਾ ਜਿਹੜਾ ਹੈ ਉਹਨੂੰ ਆਦਾਨ ਕਾਲ ਕਹਿੰਦੇ ਆ। ਆਦਾਨ ਮੀਨਸ ਜਿਹਦੇ 'ਚ ਕਾਫੀ ਵੀਕ ਸਟਰੈਂਥ ਹੁੰਦੀ ਹੈ ਬਾਡੀ 'ਚ। ਇਹ ਮੈਂ ਕੁਛ ਪੁਆਇੰਟਸ ਇੱਥੇ ਮੈਂਸ਼ਨ ਕੀਤੇ ਹੋਏ ਆ। ਇਹਦੇ 'ਚ ਕੀ ਹੈ, ਜਿੱਦਾਂ ਜਦੋਂ ਸਨ ਹੈ ਨਾ, ਉਹਦੀ ਮੂਵਮੈਂਟ ਜਿਹੜੀ ਹੈ ਉਹ ਟੂਵਰਡਸ ਦੀ ਨਾਰਥ ਡਾਇਰੈਕਸ਼ਨ ਹੋ ਜਾਏ, ਠੀਕ ਹੈ। ਸਨ ਦੀ ਜਿਹੜੀ ਆਪਣੀ ਇੱਕ ਪਾਵਰ ਹੈ ਨਾ, ਉਹ ਨਾਰਥ ਡਾਇਰੈਕਸ਼ਨ ਵੱਲ ਵੱਧ ਜਾਵੇ, ਦੈਟ
ਟਾਈਮ ਆਫ ਈਅਰ ਇਜ਼ ਆਦਾਨ ਕਾਲ, ਠੀਕ ਹੈ, ਜਾਂ ਜਿੱਥੇ ਵੀਕਨਿੰਗ ਹੁੰਦੀ ਹੈ ਕਿਹਨਾਂ ਚੀਜ਼ਾਂ ਦੀ, ਸਾਡੀ ਸਟਰੈਂਥ ਵੀਕ ਹੋ ਜਾਂਦੀ ਹੈ। ਤੇ ਵਿਸਰਗ ਕਾਲ ਹੁੰਦਾ ਹੈ, ਸਾਲ ਦਾ ਅੱਧਾ ਹਿੱਸਾ ਇਜ਼ ਵਿਸਰਗ ਕਾਲ, ਠੀਕ ਹੈ। ਹੁਣ ਉਹਦੇ ਵਿੱਚ ਸੀਜ਼ਨ ਕਿਹੜੇ ਆ ਜਾਂਦੇ ਆ, ਇੱਥੇ ਮੈਂ ਆਯੁਰਵੈਦਿਕ ਹੀ ਲਿਖਿਆ, ਹਿੰਦੀ 'ਚ ਲਿਖਿਆ ਹੋਇਆ ਸ਼ਿਸ਼ਿਰ, ਵਸੰਤ, ਗ੍ਰੀਸ਼ਮ, ਤੇ ਵਿਸਰਗ 'ਚ ਵਰਸ਼ਾ, ਸ਼ਰਦ, ਹੇਮੰਤ। ਮੈਂ ਤੁਹਾਨੂੰ ਅੱਗੇ ਦੱਸ ਦਿਆਂਗੀ, ਇਟ ਇਜ਼ ਦੇਅਰ। ਫਿਰ ਏਅਰ ਦੇ ਬਾਰੇ ਲਿਖਿਆ ਹੋਇਆ, ਹਵਾ ਕਿਵੇਂ ਦੀ ਚੱਲਦੀ ਹੈ। ਹੁਣ ਅਸੀਂ ਕਹਿੰਦੇ ਹਿਊਮਿਡਿਟੀ ਹੈ, ਕਦੇ ਕਹਿੰਦੇ ਲੂ ਚੱਲ ਰਹੀ ਹੈ। ਦੇਰ ਇਜ਼ ਅ ਚੇਂਜ ਇਨ ਏਅਰ ਆਲਸੋ, ਹੈ ਨਾ। ਓਬਜ਼ਰਵ ਕੀਤਾ ਨਾ ਤੁਸੀਂ, ਜੋਗਰਾਫੀ ਤੁਸੀਂ ਪੜ੍ਹ ਰਹੇ ਹੋ, ਸਾਇੰਸ ਤੁਸੀਂ ਪੜ੍ਹ ਰਹੇ ਹੋ, ਤੇ ਤੁਸੀਂ ਸਮਝ ਸਕਦੇ ਹੋ ਇਹਨਾਂ ਗੱਲਾਂ ਨੂੰ। ਬੱਚੇ ਹੋ ਤੁਸੀਂ, ਓਬਜ਼ਰਵ ਕਰੋ ਹਰ ਚੀਜ਼ ਨੂੰ ਲਾਈਫ 'ਚ, ਤੁਹਾਡੇ ਅੱਗੇ ਪਿੱਛੇ ਕੀ ਹੋ ਰਿਹਾ ਹੈ, ਓਬਜ਼ਰਵ ਇਟ। ਕਿਤਾਬ 'ਚ ਕੀ ਲਿਖਿਆ ਹੈ, ਟਰਾਈ ਟੂ ਕੋਰੀਲੇਟ ਦੈਟ ਥਿੰਗ ਵਿਦ ਯੋਰ ਸਰਾਊਂਡਿੰਗਸ, ਪ੍ਰੈਕਟੀਕਲੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਠੀਕ ਹੈ। ਏਅਰ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਕਦੇ ਕਹਿੰਦੇ ਲੂ ਚੱਲਦੀ ਹੈ, ਕਦੇ ਕਹਿੰਦੇ ਠੰਡੀ ਹਵਾ ਚੱਲ ਰਹੀ ਹੈ, ਕਦੇ ਜੀ ਬਹੁਤ ਹਵਾ ਹੁਣ ਵੀ ਚੱਲ ਰਹੀ ਹੈ ਬਟ ਪਸੀਨੇ ਆ ਰਹੇ ਨੇ, ਕਿਉਂ, ਹਿਊਮਿਡਿਟੀ ਬਹੁਤ ਜ਼ਿਆਦਾ ਹੈ ਨਾ, ਮੋਇਸਚਰ ਵਧਿਆ ਹੋਇਆ ਜੀ। ਤੇ ਇਹ ਸਾਲ ਦੇ ਅੱਧੇ ਹਿੱਸੇ ਵਿੱਚ ਐਕਸਟ੍ਰੀਮਲੀ ਡਰਾਈ ਹਵਾ ਚੱਲਦੀ ਹੈ, ਸਾਲ ਦੇ ਬਾਕੀ ਹਿੱਸੇ ਵਿੱਚ ਡਰਾਈ ਹਵਾ ਨਹੀਂ ਚੱਲਦੀ, ਠੀਕ ਹੈ। ਦੈਨ ਨੇਚਰ ਕਿੱਦਾਂ ਦਾ ਹੁੰਦਾ ਹੈ, ਸਾਲ ਦੇ ਅੱਧੇ ਜਿਹੜੇ ਮਹੀਨੇ ਨੇ, ਅੱਧਾ ਟਾਈਮ ਜਿਹੜਾ 6 ਮਹੀਨਿਆਂ ਦਾ ਟਾਈਮ ਹੈ, ਉਹ ਬਹੁਤ ਹੀ ਕਿੱਦਾਂ, ਪ੍ਰੋਮੀਨੈਂਸ ਆਫ ਫਾਇਰ ਐਲੀਮੈਂਟ ਇੱਥੇ ਮੈਂ ਲਿਖਿਆ ਹੋਇਆ, ਆਗਨੇਤਾ। ਗਰਮੀ ਕਿੰਨੀ ਹੈ ਦੇਖੋ, ਹੈ ਨਾ, ਗਰਮੀ ਕਿੰਨੀ ਹੈ। ਲੋਹੜੀ ਦੇ ਬਾਅਦ ਆਪਾਂ ਕਹਿੰਦੇ ਜੀ ਮੌਸਮ ਬਦਲ ਜਾਣਾ ਹੈ, ਠੰਡ ਘੱਟ ਜਾਣੀ ਹੈ ਨਾ। ਲੋਹੜੀ ਦੇ ਬਾਅਦ ਹੁੰਦਾ ਕੀ ਹੈ ਬੇਸਿਕਲੀ, ਉਹ ਮੱਕਰ ਸੰਕਰਾਂਤ ਕੀ ਹੁੰਦੀ ਹੈ, ਦੈਟ ਇਜ਼ ਉੱਤਰਾਇਣ, ਆਦਾਨ ਕਾਲ ਸਟਾਰਟਸ, ਸਨ ਆਪਣੀ ਡਾਇਰੈਕਸ਼ਨ ਬਦਲਦਾ ਹੈ, ਠੀਕ ਹੈ। ਉਹਦੇ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ, ਤੇ ਜਿਹੜਾ ਤੁਹਾਡਾ এনवायरमेंट ਹੈ ਉਹਦੇ 'ਚ ਹਲਕੀ ਹੀਟ ਆਣੀ ਸ਼ੁਰੂ ਹੋ ਜਾਂਦੀ ਹੈ, ਗਰਮੀਆਂ ਵੱਲ ਅਸੀਂ ਵਧਣ ਲੱਗ ਜਾਂਦੇ ਹਾਂ। ਵਿਸਰਗ ਕਾਲ ਜਿਹੜਾ ਹੈਗਾ ਉਹਦੇ ਵਿੱਚ ਸੌਫਟਨੈਸ, ਸੌਮਿਅਤਾ ਰਹਿੰਦੀ ਹੈ, ਕਿਉਂਕਿ ਉਹਦੇ ਵਿੱਚ ਸਨ ਦੀ ਜਿਹੜੀ ਸਟਰੈਂਥ ਹੈ ਉਹ ਘਟਦੀ ਹੈ, ਮੂਨ ਦੀ ਸਟਰੈਂਥ ਵੱਧਦੀ ਹੈ, ਕਲਾਈਮੇਟ ਜਿਹੜਾ ਠੰਡਾ ਹੋਣ ਲੱਗ ਜਾਂਦਾ ਹੈ। ਦੈਨ ਸਟਰੈਂਥ ਕਿੱਦਾਂ ਹੁੰਦੀ ਹੈ ਬੋਡੀ ਦੀ ਸਟਰੈਂਥ, ਕਿਉਂਕਿ ਜਦੋਂ ਸਨਲਾਈਟ ਐਂਡ ਸਨ ਰੇਜ਼ ਆਰ ਸੋ ਸਟਰੋਂਗ, ਓਬਵੀਅਸਲੀ ਅਸੀਂ ਵੀਕ ਪੈ ਜਾਵਾਂਗੇ, ਹੈ ਨਾ। ਧੁੱਪੇ ਖੜੇ ਹੋ ਸਕਦੇ ਹਾਂ ਅਸੀਂ, ਨਹੀਂ ਹੋ ਸਕਦੇ। ਸਾਡੇ ਗੁਰੂ ਸਾਹਿਬ ਸੀ ਜਿਨ੍ਹਾਂ ਦਾ ਇੰਨਾ ਸਤਵ ਸੀ, ਇੰਨਾ ਉਹਨਾਂ 'ਚ ਸਟਰੈਂਥ ਸੀ, ਮੈਂਟਲ ਸਟਰੈਂਥ ਸੀ। ਗੁਰੂ ਸਾਹਿਬ ਕੋਲ ਕੋਈ ਫਿਜ਼ੀਕਲ ਸਟਰੈਂਥ ਸੀ, ਮੈਂਟਲ ਸੀ ਸਟਰੈਂਥ। ਉਹ ਇੱਥੋਂ ਬਹੁਤ ਸਟਰੋਂਗ ਸੀਗੇ, ਜੁੜੇ ਹੋਏ ਸੀ, ਉਹ ਆਪਣੇ ਰੂਟਸ ਨਾਲ ਜੁੜੇ ਹੋਏ ਸੀ, ਠੀਕ ਹੈ ਨਾ। ਅਸੀਂ ਤੱਪ ਜਾਂਦੇ ਹਾਂ 2 ਮਿੰਟ, ਉੱਥੇ ਖੜੇ ਨਹੀਂ ਹੋ ਸਕਦੇ ਬਾਹਰ, ਬਟ ਸਾਨੂੰ ਸਿੱਖਣਾ ਚਾਹੀਦਾ ਉਹਨਾਂ ਤੋਂ। ਕੀ ਸਿੱਖਣਾ ਚਾਹੀਦਾ, ਆਪਣੀ ਲਾਈਫ 'ਚ ਹਾਰਡ ਮੂਮੈਂਟਸ ਵਿੱਚ ਵੀ ਖੜੇ ਰਹੋ, ਡਟੇ ਰਹੋ, ਠੀਕ ਹੈ। ਇਹ ਸਿੱਖਣਾ ਚਾਹੀਦਾ। ਜਿਹੜੇ ਸਾਡੇ ਸਾਹਿਬਜ਼ਾਦੇ ਸੀਗੇ, ਸਾਡੇ ਗੁਰੂ ਸਾਹਿਬਾਨ ਸੀਗੇ, ਉਹਨਾਂ ਦੀ ਲਾਈਫ 'ਚੋਂ ਸਿੱਖੋ, ਉਹਨਾਂ ਦੀ ਲਾਈਫ 'ਚੋਂ। ਇਹ ਨਹੀਂ ਅਸੀਂ ਕਹਿ ਰਹੇ ਕਿ ਬਿਲਕੁਲ ਹੀ ਅਸੀਂ ਉਹ ਸਭ ਅਸੀਂ ਨਹੀਂ ਕਰ ਸਕਦੇ, ਟਾਈਮ ਹੈਜ਼ ਚੇਂਜਡ, ਬਟ ਇਸ ਮਾਡਰਨ ਟਾਈਮ ਵਿੱਚ ਵੀ ਤੁਸੀਂ ਉਹ ਵਾਲੀ ਜਿਹੜੀ ਉਹਨਾਂ ਦੀ ਸਿੱਖਿਆ ਹੈ, ਜੋ ਵੀ ਚੀਜ਼ਾਂ ਨੇ, ਉਹਨਾਂ ਨੂੰ ਟਰਾਈ ਟੂ ਅਡੈਪਟ ਦੈਮ ਐਂਡ ਆਪਣੀ ਲਾਈਫ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ, ਕਿ ਤੁਸੀਂ ਜਿੱਥੇ ਵੀ ਕਿਤੇ ਜਾਓ ਕਮਜ਼ੋਰ ਨਹੀਂ ਪੈਣਾ। ਸਿਰਫ ਫਿਜ਼ੀਕਲ ਸਟਰੈਂਥ ਸਭ ਕੁਝ ਨਹੀਂ ਹੁੰਦੀ ਬੇਟੇ, ਜਿੱਥੇ ਤੁਸੀਂ ਮਾਈਂਡ ਤੋਂ ਐਂਡ ਇਮੋਸ਼ਨਸ ਤੋਂ ਸਟਰੈਂਥਫੁਲ ਹੋਗੇ ਨਾ, ਤੁਸੀਂ ਲਾਈਫ 'ਚ ਕਦੇ ਨਹੀਂ ਹਾਰੋਗੇ। ਇਹ ਮੇਰੀ ਗੱਲ ਯਾਦ ਰੱਖਿਓ, ਠੀਕ ਹੈ। ਪੇਪਰਾਂ 'ਚ 2 ਨੰਬਰ ਘੱਟ ਆ ਗਏ ਜੀ, ਬੱਚੇ ਸੁਸਾਈਡ ਕਰ ਲੈਂਦੇ ਨੇ, ਉਹ ਨਥਿੰਗ, ਯੂ ਆਰ ਡਿਸਟਾਈਨਡ ਫॉर ਸਮਥਿੰਗ। ਤੁਹਾਡੇ ਕੋਲ ਕੋਈ ਸਕਿੱਲ ਵੀ ਹੋਵੇਗੀ, ਜਿਹੜਾ ਬੱਚਾ ਪੜ੍ਹਾਈ 'ਚ ਕਮਜ਼ੋਰ ਹੈ ਨਾ, ਉਹਦੇ ਕੋਲ ਕੋਈ ਹੋਰ ਸਕਿੱਲ ਵੀ ਹੋਏਗੀ, ਉਹ ਲਾਈਫ ਦੇ ਕਿਸੇ ਹੋਰ ਚੀਜ਼ 'ਚ ਜ਼ਿਆਦਾ ਅੱਛਾ ਹੋਏਗਾ। ਕੋਈ ਬੱਚੇ ਪੇਂਟਿੰਗ 'ਚ ਬਹੁਤ ਅੱਛੇ ਹੁੰਦੇ ਆ, ਕੋਈ ਡਾਂਸ 'ਚ ਵਧੀਆ ਹੁੰਦੇ ਆ, ਕਈ ਬੱਚੇ ਕੀਰਤਨ ਬਹੁਤ ਵਧੀਆ ਕਰਦੇ ਨੇ। ਆਪਣੀ ਲਾਈਫ ਦੀ ਇੱਕੋ ਕ੍ਰੀਏਟੀਵਿਟੀ ਨੂੰ ਵੀ ਪਹਿਚਾਨੋ, ਉਹਨੂੰ ਵੀ ਨਿਖਾਰੋ ਨਾਲ, ਕਿਉਂਕਿ ਪੜ੍ਹਾਈ ਤਾਂ ਜ਼ਰੂਰੀ ਹੈਗੀ ਹੈ, ਬਟ ਇੱਕ ਸਕਿੱਲ ਨੂੰ ਵੀ ਆਪਣੇ ਆਪ ਨੂੰ ਨਰਿਸ਼ ਕਰੋ, ਠੀਕ ਹੈ। ਦੈਨ ਇਹਦੇ ਬਾਅਦ ਨੈਕਸਟ ਸਲਾਈਡ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਆਈਡੀਆ ਦਿੱਤਾ ਹੋਇਆ ਹੈ ਕਿ ਮੰਥ, ਉਹਨਾਂ ਦੀ ਲੈਂਥ, ਰਿਤੂ ਦੇ ਬਾਰੇ ਤੇ ਸੀਜ਼ਨ ਦੇ ਬਾਰੇ, ਐਂਡ ਕਿਹੜੇ ਟਾਈਮ ਤੋਂ ਕਿਹੜੇ ਟਾਈਮ ਤੱਕ ਜਿਹੜੀ ਹੈਗੀ ਹੈ ਸਾਡੀ ਰਿਤੂ ਚੱਲਦੀ ਹੈ। ਜਿੱਦਾਂ ਮੰਥ ਨੇ ਚੇਤਰ ਵਿਸਾਖ, ਠੀਕ ਹੈ, ਉਹ ਲੈਂਥ ਕਿੰਨੀ ਹੈ, ਚੇਤਰ ਦਾ ਮਹੀਨਾ ਤੇ ਵਿਸਾਖ ਦਾ ਮਹੀਨਾ 30 ਦਿਨ 31 ਦਿਨ, ਹੈ ਨਾ। ਵੀ ਨੋ ਆਲ ਦੈਟ, ਅਪ੍ਰੈਲ ਮਈ ਜੂਨ ਕਿਹੜੇ ਮਹੀਨੇ 'ਚ ਕਿੰਨੇ ਦਿਨ ਹੁੰਦੇ ਆ। ਦੈਨ ਸਟਾਰਟ ਡੇਟ ਇਜ਼ ਫਰੋਮ ਮਾਰਚ 22 ਟੂ ਅਪ੍ਰੈਲ 21, ਐਂਡ ਰਿਤੂ ਕਿਹੜੀ ਹੈ, ਬਸੰਤ ਰਿਤੂ, ਦੈਟ ਇਜ਼ ਦ ਸਪਰਿੰਗ ਸੀਜ਼ਨ, ਠੀਕ ਹੈ। ਇੱਦਾਂ ਹੀ ਬਾਕੀ ਸਾਰੇ ਮੈਂ ਦੱਸੇ, ਜੇਠ ਅਸ਼ਾੜ, ਜਿੱਦਾਂ ਅਸੀਂ ਕਹਿੰਦੇ ਜੇਠ ਹਾੜ ਦਾ ਮਹੀਨਾ ਆ ਗਿਆ ਜੀ, ਹੈ ਨਾ। ਤੇ ਉਹ ਮਈ 22 ਤੋਂ ਜੂਨ 22 ਗ੍ਰੀਸ਼ਮ ਰਿਤੂ, ਸਮਰ ਸੀਜ਼ਨ। ਇੱਦਾਂ ਹੀ ਸ਼ਰਾਵਣ ਭਾਦਰਪਦ ਜੁਲਾਈ 23 ਤੋਂ ਅਗਸਤ 23 ਵਰਸ਼ਾ ਤੇ ਮੌਨਸੂਨ। ਨਾਓ ਵੀ ਆਰ ਗੋਇੰਗ ਥਰੂ ਦੀ
मॉनसून है ना, रेनी सीजन, वर्षा ऋतु। नेक्स्ट इज अश्विन कार्तिक September 23 to October 23, दैट इज द शरद ऋतु, ऑटम। दैन अगहन पोष November 22 December 22, हेमंत ऋतु, विंटर आ जाती है उदों, सानू सारिਆਂ ਨੂੰ पता है। दैन नेक्स्ट इज माघ फगन, दैट इज January 21 to February 20, शिशिर ऋतु, थोड़ा जा कोल्ड एंड ड्यूई सीजन हो जाता है। नैक्सट हुण इस स्लाइड विच मैं बल लिखा होया, बल मीनस स्ट्रेंथ, बल इज़ अ संस्कृत और हिंदी वर्ड तुसी कह सकते हो। बल इन डिफरेंट ऋतु, इत्थे मैं 12 ऋतुआं लिखिया हुई ने, केड़ी केड़ी ऋतु केड़ा केड़ा सीजन बना रही, उहदे अगे ना 3 वर्ड लिखे हुए हैं, अवर, मध्यम ते प्रवर। अवर मीनस लो, लो, ठीक है। मध्यम इज मीडियम स्ट्रेंथ ते प्रवर इज बेस्ट इन ईयर स्ट्रेंथ। ये ऋतुआं जिहड़ियां ने, जिद्दां ग्रीष्म ते वर्षा के अगे अवर लिखिया होया है, ग्रीष्म वर्षा के अगे अवर क्यों लिखिया होया, बल स्ट्रेंथ। हुण कितनी गर्मी है, इन्ना ह्यूमिड है, साडा मन करता कुछ भी करन दा, पढ़न दा मन नहीं करता, काम करन दा मन नहीं करता, भुख नहीं लगती है ना, असीं पानी पी पी के रज करी जाने। तो उही चीज़ है कि इस टाइम ना साडी बॉडी का जिहड़ा स्ट्रेंथ है वो बहुत लो है, बहुत वीक होया होया है, ठीक है। जे असीं जबरदस्त, साडी डाइजेस्टिव मैटाबॉलिज्म भी बहुत स्लो हुंदा है इन्हां 2 ऋतुआं विच, ठीक है। जिहड़ा टाइम है ना ग्रीष्म ते वर्षा दा, गर्मियां दा ते बारिश दा जिहड़ा सीजन है, इहदे विच मैं अगे दस्सांगी तुहानूं डाइजेस्टिव सिस्टम तुहाडा बहुत स्लो काम करता है। जे तुसीं हैवी फूड खाओगे तुसीं पक्का बीमार पै जाओगे, ठीक है। अगे है कि वसंत ते शरद विच मध्यम बल है, वसंत ऋतु ते शरद ऋतु विच तुहाडा बल जिहड़ा तुहाडी बॉडी दी स्ट्रेंथ है दैट इज़ इन मीडियम फेज, ठीक है। दैन शिशिर ते हेमंत, इहदे विच प्रवर है, तुहाडी बॉडी दी स्ट्रेंथ जिहड़ी है वो वधिया है, बहुत स्ट्रेंथफुल तुसीं फील करोगे। जे तुहाडे एग्जाम ने बिल्कुल रजाई च बैठोगे पर पढ़ लोगे, इन्ना दुखी नहीं होवोगे, गर्मी च ज़्यादा दुखी होवोगे, है ना। नैक्सट ये जिहड़ी स्लाइड है ना, बेसिकली बच्चों तुहाडे लई समझनी थोड़ी औखी है, बट ये मैं एक रीजन वास्ते इत्थे पुटअप कीती हुई है सो दैट अगे दीयां जिहड़ियां गल्लां ने तुसीं समझ सको। मैं तुहानूं दसदी हां, इहदे विच संचय, प्रकोप ते प्रशमन 3 वर्ड लिखे हुए हैं, उन्हां दे थल्ले ब्रैकेट विच इंग्लिश लिखी हुई है। संचय का मतलब हुंदा संचित करना, कलैक्ट करना, ठीक है, एक्यूमुलेशन होनी, असीं कोई चीज़ इकट्ठी कर रहे हैं। प्रकोप का मतलब हुंदा वध जाना, प्रकोप गुस्से का प्रकोप आ गया, कोई भी चीज़ एग्रीवेट हो गई। प्रशमन शांत, पैसीफाई, ठीक है। हुण कल इत्थे मैम ने एक गल कीती सी, दोष, इत्थे भी वर्ड दोष लिखिया होया है, वात पित्त कफ लिखिया होया। हुण दोष की है, दोष की है, साडी बॉडी, तुसी बच्चे स्कूलों विचों तुसी पढ़ते हो, बोन्स ने, मसल्स ने, डाइजेस्टिव सिस्टम है ना, तुसी आही सब पढ़ रहे हो। बट आयुर्वेद बिकॉज इट इज़ द साइंस ऑफ लाइफ, ये बहुत ही ब्यूटीफुल कॉन्सैप्ट सानू दसदा है। जो असीं आयुर्वेद पढ़ते हैं ना, सानू एक्चुअली समझ आता है कि बॉडी च चल की रहा है। तुसीं एलोपैथी डॉक्टर कोल चले जाओ, ठीक है, वो मॉडर्न सिस्टम भी बहुत जरूरी है, बट मैं तुहानूं वैसे गल दस रही हाँ, उत्थे चले जाओ, उन्हां कोल मतलब मैडिसिन का किद्दां रहेगा, बुखार वाला आया एंटीबायोटिक PCM देनी है, एंटीबायोटिक देनी है, देना वो देना, ठीक है। कोई दर्दां वाला आया उन्होंने भी PCM दे के ठीक कर लेंदे ने, बड़ी कॉमन इको मैडिसिन सारिਆਂ ਨੂੰ देई जाणगे, बट वी डोंट डू दिस, असीं इदां नहीं करते। साडियां मैडिसिनस जिहड़ियां ने, चाहे वो जिहड़ियां हर्बल मैडिसिनस ने ना, एक बच्चा बैठा है वो सानू कंप्लेन दस रहा है। डिजीज़ दी भी बहुत टाइप्स होंदियां ने, वातज, पित्तज, कफज, द्वंदज, ठीक है। हुण वात पित्त कफ की है, ये बेसिकली बायो एलीमेंट्स ने, दीज आर द ड्राइविंग फोर्सिस इन योर बॉडी। तुहाडी बॉडी च इन्हां दा एक अलग ही तुहाडी बॉडी च जो भी मूवमेंट हो रही है, जो भी फिजियोलॉजिकल तुहाडी बॉडी च चल रहा है ना, दैट इज़ बिकॉज ऑफ दिस वात पित्त एंड कफ। वात इज़ बेसिकली वायु, वायु का काम की है, मूवमेंट, ठीक है। एक बच्चा बैठा है इत्थे, अद्धे घंटे में लैक्चर दे रही हूँ, उन्हें पूरा सुनिया होएगा, उन्होंने अगले दिन पूछ लो, उन्होंने पता भी होएगा। एक बच्चे ने 15-20 मिनट की कॉन्सनट्रेशन रखी, उसके बाद गायब। एक बच्चा 2-3 मिनट या 5 मिनट, फिर भले उन्होंने पता ही नहीं एंड तक होया कि। वाई इट इज़ सो? एक बच्चा एक जगह 18 घंटे बह के पढ़ लेंदा, एक अद्धा घंटा नहीं बैठ सकता, एक कोई मीडियम टाइम तक बैठ जाएगा। दिस इज़ बिकॉज ऑफ वात पित्त एंड कफ। जिहड़ा बच्चा
ਉਹਦੀ ਬਾਡੀ ਵਿੱਚ ਵਾਤ ਦੋਸ਼ ਵਾਧੂ ਹੋਏਗਾ ਨਾ, ਉਹਨੇ ਟਿਕਣਾ ਨਹੀਂ ਇੱਕ ਜਗ੍ਹਾ, ਉਹਦੀ ਕੌਨਸੈਂਟਰੇਸ਼ਨ ਵੀ ਇੱਕ ਜਗ੍ਹਾ ਟਿਕੇਗੀ ਨਹੀਂ। ਠੀਕ ਹੈ, ਬੋਲੇਗਾ, ਗੱਲਾਂ ਬਹੁਤ ਕਰੇਗਾ। ਪ੍ਰਕਿਰਤੀ ਨਾ ਇੱਕ ਬਹੁਤ ਵਧੀਆ ਕਨਸੈਪਟ ਆਯੁਰਵੇਦ ਵਿੱਚ ਹੈਗਾ, ਬਾਡੀ ਦੀ ਕਨਸਟੀਟਿਊਸ਼ਨ ਬਾਰੇ ਉਹ ਦੱਸਦੇ ਹੈ। ਠੀਕ ਹੈ, ਜਿਹਨੂੰ ਅਸੀਂ ਧਿਆਨ ਰੱਖਣਾ ਹੁੰਦਾ ਹੈ। ਸਾਡੇ ਕੋਲ ਕੋਈ ਪੇਸ਼ੈਂਟ ਵੀ ਆਉਂਦਾ ਨਾ, ਅਸੀਂ ਉਹਨੂੰ ਪੁੱਛਦੇ ਹਾਂ, ਅਸੀਂ ਕੁਐਸਚਨਿੰਗ ਕਰਦੇ ਹਾਂ, ਉਸ ਕੁਐਸਚਨਿੰਗ ਨਾਲ ਅਸੀਂ ਅਸੈਸ ਕਰਦੇ ਹਾਂ ਕਿ ਇਸ ਬੰਦੇ ਦੀ ਬਾਡੀ ਦੀ ਕਨਸਟੀਟਿਊਸ਼ਨ ਕੈਸੀ ਹੈ, ਉਹਦੇ ਅਕੋਰਡਿੰਗ ਉਹਨੂੰ ਅਸੀਂ ਮੈਡੀਸਿਨ ਦਿੰਦੇ ਹਾਂ। ਅਸੀਂ ਇੱਕੋ ਮੈਡੀਸਿਨ ਸਾਰਿਆਂ ਨੂੰ ਨਹੀਂ ਦਿੰਦੇ। ਠੀਕ ਹੈ, ਕਿਸੇ ਨੂੰ ਕੋਈ ਹਰਬ ਸੂਟ ਕਰਦੀ ਹੈ, ਕੋਈ ਹਰਬ ਨੇ ਵਾਤ ਨੂੰ ਘੱਟ ਕਰਨਾ ਹੈ, ਉਹ ਪਿੱਤ ਨੂੰ ਕਿਆ ਕਰੇਗੀ। ਕੋਈ ਹਰਬ ਨੇ ਪਿੱਤ ਨੂੰ ਘੱਟ ਕਰਨਾ ਹੈ, ਉਹ ਵਾਤ ਨੂੰ ਵਧਾ ਦੇਗੀ। ਇੱਦਾਂ ਦਾ ਸਿਸਟਮ ਹੁੰਦਾ ਅਤੇ ਸੋਚ ਵਿਚਾਰ ਕੇ ਅਸੀਂ ਆਯੁਰਵੈਦਿਕ ਮੈਡੀਸਿਨ ਦਿੰਦੇ ਹਾਂ ਅਤੇ ਸਾਨੂੰ ਜੜ ਤੋਂ ਖਤਮ ਹੋਣ ਦੇ ਵਧੀਆ ਰਿਜ਼ਲਟ ਵੀ ਤਾਂ ਹੀ ਮਿਲਦੇ ਆ। ਅਲੋਂਗ ਵਿਦ ਦੈਟ ਡਾਈਟ ਦਾ ਵੀ ਧਿਆਨ ਰੱਖਣਾ ਪੈਂਦਾ, ਪਰਹੇਜ਼ ਜਿਹਨੂੰ ਅਸੀਂ ਕਹਿੰਦੇ ਹਾਂ। ਠੀਕ ਹੈ, ਪਰਹੇਜ਼ ਇਜ਼ 90%, ਮੈਡੀਸਿਨ ਇਜ਼ 10%, ਦੈਨ ਹੈਪਨਸ ਦੀ ਮਿਰੈਕਲ। ਬਾਕੀ ਗੱਲ ਰਹੀ ਇੱਥੇ ਵਾਤ ਪਿੱਤ ਕਫ। ਵਾਤ ਮੈਂ ਤੁਹਾਨੂੰ ਸਮਝਾਤਾ, ਜਿਹੜਾ ਹਮੇਸ਼ਾ ਮੂਵਮੈਂਟ 'ਚ ਰਹੇਗਾ, ਬੈਠੇਗਾ ਨਹੀਂ ਇੱਕ ਜਗ੍ਹਾ ਟਿਕ ਕੇ, ਉਹਦੀ ਕੌਨਸੈਂਟਰੇਸ਼ਨ ਘੱਟ ਹੋਏਗੀ, ਗੱਲਾਂ ਬਹੁਤ ਕਰੇਗਾ, ਬਾਡੀ 'ਚ ਡਰਾਈਨੈਸ ਬਹੁਤ ਹੋਏਗੀ, ਉਹ ਹੁੰਦਾ ਵਾਤ ਪ੍ਰਕਿਰਤੀ। ਠੀਕ ਹੈ, ਅਤੇ ਪਿੱਤ ਦੋਸ਼ ਕਿਹੜਾ ਹੁੰਦਾ, ਗੁੱਸਾ ਬਹੁਤ ਆਉਂਦਾ, ਗਰਮੀ ਬਹੁਤ ਲੱਗਦੀ ਹੈ, ਹੀਟ ਬਹੁਤ ਹੈ ਬਾਡੀ 'ਚ, ਪਿੱਤ। ਠੀਕ ਹੈ, ਅਤੇ ਕਫ ਦੀ ਗੱਲ ਆਈ, ਜਿਨ੍ਹਾਂ ਨੂੰ ਜਿਹੜੇ ਠੰਡੇ ਸੁਭਾਅ ਦੇ ਲੋਕ ਨੇ ਹੁੰਦੇ, ਉਹ ਕਫ ਦੋਸ਼ ਉਹਨਾਂ 'ਚ ਡੋਮੀਨੈਂਟ ਹੁੰਦਾ। ਹੁਣ ਇੱਥੇ ਗੱਲ ਆਈ ਹੈ ਕਿ ਰਿਤੂਆਂ ਵਿੱਚ ਇਹਨਾਂ ਦਾ ਕੀ ਇਹ ਦੱਸਿਆ ਹੋਇਆ ਇਸ ਟੇਬਲ ਵਿੱਚ, ਅਸੀਂ ਰਿਤੂ ਚਰਿਆ ਕਿਉਂ ਫੋਲੋ ਕਰਨੀ ਹੈ। ਬੇਸਿਕਲੀ ਇਹਨਾਂ ਦੀ ਰਾਈਟ ਸਟੇਟ ਵਿੱਚ ਰੱਖਣ ਲਈ, ਕਿਉਂਕਿ ਜੇ ਇਹ ਆਪਣੀ ਜਗ੍ਹਾ ਤੋਂ ਹਟ ਕੇ ਦੂਜੇ ਦੀ ਜਗ੍ਹਾ ਵਿੱਚ ਚਲੇ ਗਏ ਫਿਰ ਕੰਮ ਹੋ ਜਾਂਦਾ ਖਰਾਬ। ਬਾਡੀ ਵਿੱਚ 80 ਡਿਜ਼ੀਜ਼ਿਜ਼ ਹੁੰਦੀਆਂ ਨੇ ਜਸਟ ਬਿਕੋਜ਼ ਆਫ ਦੀ ਵਾਤ ਦੋਸ਼ ਪ੍ਰੀਡੋਮੀਨੈਂਸ। ਜੇ ਵਾਤ ਆਪਣੀ ਜਗ੍ਹਾ ਤੋਂ ਚਲਾ ਗਿਆ ਨਾ, 80 ਪ੍ਰਕਾਰ ਦੇ ਦੋਸ਼ ਜਿਹੜੀ ਪ੍ਰੋਬਲਮਸ ਨੇ ਉਹ ਹੁੰਦੀਆਂ ਨੇ। ਠੀਕ ਹੈ, ਤੁਸੀਂ ਲੋਕ ਵੇਖਿਆ ਉਹਨਾਂ ਦੀ ਗਰਦਨ ਐ ਹਿਲਦੀ ਰਹਿੰਦੀ ਹੈ, ਹੱਥ ਕਈਆਂ ਦੇ ਐਵੇਂ ਹਿਲਦੇ ਰਹਿੰਦੇ ਆ, ਦੈਟ ਇਜ਼ ਜਸਟ ਬਿਕੋਜ਼ ਉਹਨਾਂ ਦੀ ਬਾਡੀ ਵਿੱਚ ਵਾਤ ਵਧਿਆ ਹੋਇਆ ਹੈ। ਬਾਡੀ 'ਚ ਪੇਨਸ ਹੁੰਦੀਆਂ ਨੇ। ਰਾਤੀ ਤੁਸੀਂ ਪੂਰੀ ਰਾਤ ਜਾਗੋ, ਪੂਰੀ ਰਾਤ ਰਾਤਰੀ ਜਾਗਰਣ ਕਰੋ। ਠੀਕ ਹੈ, ਮਾਰਨਿੰਗ ਯੂ ਵਿਲ ਫੀਲ ਲਾਈਕ ਤੁਹਾਡੇ ਹੱਥਾਂ ਪੈਰਾਂ 'ਚ ਦਰਦ ਹੋਏਗੀ। ਕਦੇ ਦੇਖੋ ਇਹ ਚੀਜ਼। ਠੀਕ ਹੈ, ਤੁਹਾਨੂੰ ਪੇਨ ਹੋਏਗੀ ਬਾਡੀ ਵਿੱਚ, ਜਿਹੜੀ ਪੇਨ ਹੁੰਦੀ ਹੈ ਨਾ, ਦੈਟ ਇਜ਼ ਬਿਕੋਜ਼ ਆਫ ਵਾਤ ਦੋਸ਼। ਬਾਡੀ ਵਿੱਚ ਜਿੱਥੇ ਵੀ ਜਲਨ ਹੋ ਰਹੀ ਹੈ, ਦੈਟ ਇਜ਼ ਬਿਕੋਜ਼ ਆਫ ਪਿੱਤ ਦੋਸ਼। ਜਲਨ ਹੁੰਦੀ ਅਸੀਂ ਕੀ ਕਹਿੰਦੇ ਹਾਂ, ਪਾਣੀ ਪੀਓ, ਸ਼ਰਬਤ ਪੀਓ, ਲੱਸੀ ਪੀਓ, ਠੰਡੀਆਂ ਨੇ ਨਾ ਉਹ ਚੀਜ਼ਾਂ। ਠੀਕ ਹੈ, ਛਬੀਲ ਲਾਈ ਦੀ ਆਪਾਂ ਗਰਮੀ 'ਚ, ਹੈ ਨਾ, ਕਿਉਂ ਘੱਟ ਕਰਦੀ ਹੈ ਉਹ ਗਰਮੀ ਨੂੰ, ਪਿੱਤ ਨੂੰ ਘੱਟ ਕਰ ਰਹੀ ਹੈ ਨਾ। ਅਤੇ ਇਹ ਪਿੱਤ ਦੋਸ਼ ਇੱਦਾਂ, ਅਤੇ ਇਹ ਜੇ ਅਸੀਂ ਇਹਨਾਂ ਨੂੰ ਸ਼ਾਂਤ ਰੱਖਣਾ ਹੈ, ਅਸੀਂ ਰਿਤੂ ਚਰਿਆ ਸੀਜ਼ਨਲ ਰੈਜੀਮੈਂਟਸ ਕਿਉਂ ਫੋਲੋ ਕਰਨੇ ਹੈ, ਸਿਰਫ ਇਸ ਕਨਸੈਪਟ ਨੂੰ ਇਸ ਦੀ ਜਗ੍ਹਾ ਵਿੱਚ ਰੱਖਣ ਲਈ, ਇਸ ਕਨਸੈਪਟ ਨੂੰ ਜਸਟੀਫਾਈ ਕਰਨ ਲਈ। ਕਿਉਂਕਿ ਇਹਦੇ ਵਿੱਚ ਦੱਸਿਆ ਹੋਇਆ ਹੈ ਕਿ ਜਦੋਂ ਗ੍ਰੀਸ਼ਮ ਰਿਤੂ ਹੁੰਦੀ ਹੈ ਨਾ, ਵਾਤ ਦੋਸ਼ ਕੀ ਕਰਦਾ ਹੈ, ਉਹ ਐਕਿਊਮੂਲੇਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸਮਝਿਓ, ਆਪਣੀ ਜਗ੍ਹਾ ਤੋਂ ਉਹ ਥੋੜ੍ਹੀ ਜਿਹੀ ਹਲਚਲ ਕਰਨੀ ਸਟਾਰਟ ਕਰ ਦਿੰਦਾ। ਅਤੇ ਜੇ ਉਸ ਟਾਈਮ 'ਤੇ ਅਸੀਂ ਇੱਦਾਂ ਦੇ ਕੰਮ ਕਰਨੇ ਸ਼ੁਰੂ ਕਰ ਦਿਆਂਗੇ ਜਿਹੜੇ ਉਹਨੂੰ ਹੋਰ ਵਧਾ ਦੇਣਗੇ, ਠੀਕ ਹੈ, ਹੋਰ ਜ਼ਿਆਦਾ ਉਹਨੂੰ ਐਗਰੀਵੇਟ ਕਰਨਗੇ, ਜੇ ਅਸੀਂ ਇੱਦਾਂ ਦੇ ਕੰਮ ਕਰਾਂਗੇ ਤੇ ਵੀ ਵਿਲ ਡੈਫੀਨੇਟਲੀ ਸਫਰ ਵਿਦ ਦ ਡਿਜ਼ੀਜ਼ਿਜ਼ ਕਾਜ਼ਡ ਬਾਈ ਦੀ ਵਾਤ ਦੋਸ਼। ਠੀਕ ਹੈ, ਫਿਰ ਐਗਰੀਵੇਸ਼ਨ ਦੀ ਗੱਲ ਕੀਤੀ ਹੈ। ਹੁਣ ਇਹ ਵਰਸ਼ਾ ਰਿਤੂ ਚੱਲ ਰਹੀ ਹੈ। ਠੀਕ ਹੈ, ਵਰਸ਼ਾ ਰਿਤੂ ਚੱਲ ਰਹੀ ਹੈ, ਤੁਸੀਂ ਹਾਲੇ ਬੱਚੇ ਹੋ, ਪਰ ਘਰ ਤੁਹਾਡੇ ਬਜ਼ੁਰਗ ਹੋਣਗੇ, ਪੇਰੈਂਟਸ ਹੋਣਗੇ, ਆਸਕ ਦੈਮ ਦਰਦਾਂ ਕਿੰਨੀਆਂ ਕਿ ਉਹਨੂੰ ਐਗਰੀਵੇਟ ਹੋ ਜਾਂਦੀਆਂ ਨੇ, ਦਰਦਾਂ ਹੋ ਰਹੀਆਂ ਨੇ ਬਾਡੀ 'ਚ, ਜੁਆਇੰਟਸ 'ਚ ਪੇਨ ਹੋ ਰਹੀ ਹੈ। ਠੀਕ ਹੈ, ਬਾਡੀ 'ਚ ਅਜੀਬ ਜੀ ਹਰਾਰਤ ਮਹਿਸੂਸ ਹੋ ਰਹੀ ਹੈ, ਇਹ ਹੁੰਦੀ ਹੈ। ਆਸਕ ਯੂਅਰ ਗ੍ਰੈਂਡ ਪੇਰੈਂਟਸ, ਆਸਕ ਯੂਅਰ ਪੇਰੈਂਟਸ ਰਾਈਟ ਨਾਓ ਇਸ ਮੌਸਮ ਵਿੱਚ। ਠੀਕ ਹੈ, ਕਿਉਂਕਿ ਇਸ ਟਾਈਮ ਤੁਹਾਡਾ ਵਾਤ ਦੋਸ਼ ਜਿਹੜਾ ਹੈਗਾ ਉਹ ਐਗਰੀਵੇਟਿਡ ਸਟੇਜ ਵਿੱਚ ਹੈ, ਪ੍ਰਕੋਪ 'ਤੇ ਹੈ ਇਸ ਟਾਈਮ, ਉਹ ਰਾਜਾ ਹੈ। ਠੀਕ ਹੈ, ਦੈਨ ਪ੍ਰਸ਼ਮਨ, ਪੈਸੀਫਾਈ, ਸ਼ਰਦ ਰਿਤੂ ਆਏਗੀ ਨਾ, ਉਹਦੇ ਵਿੱਚ ਇਹ ਪੈਸੀਫਾਈ ਹੋ ਜਾਂਦਾ ਹੈ ਜਾਂ ਇਹਨੂੰ ਅਸੀਂ ਕਰ ਦਿੰਦੇ ਹਾਂ। ਜੇ ਕਿਸੇ ਵਿੱਚ ਪਿਛਲੀਆਂ 2 ਰਿਤੂਆਂ ਵਿੱਚ ਵਾਤ ਵਧਿਆ ਹੈਗਾ ਤੇ ਸਾਡੇ ਕੋਲ ਆਯੁਰਵੇਦਾ ਜੋ ਹੈ ਦੈਟ ਹੈਜ਼ ਅ ਵੈਰੀ ਬਿਊਟੀਫੁਲ ਡਿਪਾਰਟਮੈਂਟ ਆਫ ਪੰਚਕਰਮਾ। ਡਾਕਟਰ ਹਰਬਖਸ਼ ਤੁਹਾਨੂੰ ਲੈਕਚਰ ਦੇਣਗੇ ਉਹਦੇ ਬਾਰੇ। ਪੰਚਕਰਮਾ ਵਿੱਚ ਨਾ ਸਾਡੇ ਕੋਲ ਥੈਰੇਪੀਜ਼ ਰਹਿੰਦੀਆਂ ਨੇ। ਠੀਕ ਹੈ,
ਉਹਦੇ ਵਿੱਚ ਕੀ ਹੈ, ਇੱਕ ਬਸਤੀਕਰਨ ਹੁੰਦਾ ਹੈ, ਅਸੀਂ ਉਹ ਕਰਕੇ ਵਾਤ ਨੂੰ ਸ਼ਾਂਤ ਕਰ ਦਈਦਾ ਐਂਡ ਦੈਟ ਹੈਜ਼ ਬਿਊਟੀਫੁਲ ਰਿਜ਼ਲਟਸ। ਅਦਰਵਾਈਜ਼ ਵਾਤ ਨੂੰ ਕਿੱਦਾਂ ਸ਼ਾਂਤ ਕਰੀਦਾ ਹੈ? ਡਰਾਈਨੈਸ ਵਾਤ ਦਾ ਇੱਕ, ਅਸੀਂ ਦਰਦ ਹੁੰਦੀ ਸੀ ਕੀ ਕਹਿੰਦੇ, ਤੇਲ ਲਾ ਲਓ ਜੀ ਗਰਮ ਕਰਕੇ, ਕਹਿੰਦੇ ਆ ਨਾ, ਤੇਲ ਲਾ ਲਓ ਗਰਮ ਕਰਕੇ, ਹੈ ਨਾ, ਜਾਂ ਸੇਕ ਦੇ ਲਓ ਤੁਸੀਂ ਉੱਥੇ, ਕਹੀਦਾ ਹੁੰਦਾ। ਕਿਉਂ ਕਹੀਦਾ? ਵਾਤ, ਹਵਾ ਠੰਡੀ, ਠੰਡ, ਠੀਕ ਹੈ, ਰੂਕਸ਼ ਮਤਲਬ ਡਰਾਈਨੈਸ ਇਜ਼ ਦੇयर। ਅਸੀਂ ਨਾ ਆਇਲ ਵਗੈਰਾ ਅਪਲਾਈ ਕਰਨ ਨੂੰ ਕਹਿ ਦਾਂਗੇ ਤੇ ਥੋੜਾ ਜਿਹਾ ਜੀ ਕੋਸਾ ਕਰਕੇ ਲਾ ਲਓ। ਕਿਉਂ? ਕੋਸਾਪਨ ਜਿਹੜਾ ਹੋਏਗਾ ਉਸ ਵਾਤ ਦੀ ਠੰਡ ਨੂੰ ਘੱਟ ਕਰ ਦੇਗਾ, ਥੱਲੇ ਬਿਠਾ ਦੇਗਾ, ਤੇ ਜਿਹੜਾ ਅਸੀਂ ਆਇਲ ਦੀ ਜਿਹੜੀ ਮੋਇਸਚਰ ਹੋਏਗੀ ਉਹ ਵਾਤ ਦੀ ਡਰਾਈਨੈਸ ਨੂੰ ਘੱਟ ਕਰ ਦੇਗਾ। ਇਸ ਕਰਕੇ ਕੀ ਹੋਏਗਾ, ਪੇਸ਼ੈਂਟ ਜਿਹੜਾ ਵੀ ਬੰਦਾ ਹੋਏਗਾ ਜਿਹਨੂੰ ਪ੍ਰੋਬਲਮ ਹੈ ਵਾਤ ਕਰਕੇ, ਉਹਨੂੰ ਰਿਲੈਕਸੇਸ਼ਨ ਤੇ ਉਹਨੂੰ ਰਿਲੀਫ ਮਿਲੇਗਾ ਉਹਦੀ ਪ੍ਰੋਬਲਮ ਤੋਂ, ਠੀਕ ਹੈ। ਉਹਦੇ ਬਾਅਦ ਗੱਲ ਆਉਂਦੀ ਹੈ ਪਿੱਤ ਦੀ। ਪਿੱਤ ਜਿਹੜਾ ਹੈ ਉਹ ਇਸ ਰਿਤੂ ਵਿੱਚ, ਵਰਸ਼ਾ ਵਿੱਚ ਹੁਣ ਵਾਤ ਤੇ ਜਿਹੜਾ ਉਹ ਰਾਜਾ ਹੈ, ਬਟ ਪਿੱਤ ਆਪਣੀ ਪਿੱਛੇ ਪਿੱਛੇ ਦੌੜ ਲਗਾ ਰਿਹਾ, ਉਹ ਐਕਿਊਮੂਲੇਟ ਹੋਣਾ ਸ਼ੁਰੂ ਹੋ ਰਿਹਾ। ਇਹ ਰਿਤੂ ਹੈ ਉਹਦੀ, ਠੀਕ ਹੈ। ਨੈਕਸਟ ਆਏਗੀ ਸ਼ਰਦ ਰਿਤੂ, ਉਹਦੇ ਵਿੱਚੋਂ ਵੱਧ ਜਾਏਗਾ। ਨੈਕਸਟ ਰਿਤੂ ਵਿੱਚ ਜੇ ਤੁਸੀਂ ਗਰਮ ਗਰਮ ਚੀਜ਼ਾਂ, ਸਪਾਈਸੀ ਚੀਜ਼ਾਂ ਖਾਓਗੇ ਨਾ, ਡੈਫੀਨੇਟਲੀ ਤੁਹਾਡਾ ਪ੍ਰੋਬਲਮ ਤੁਹਾਨੂੰ ਹੋਏਗੀ, ਤਾਂ ਤੁਸੀਂ ਸਫਰ ਕਰੋਗੇ ਉਹਨਾਂ ਡਿਜ਼ੀਜ਼ਸ ਤੋਂ ਜਿਹੜੀਆਂ ਪਿੱਤ ਦੀ ਵਜ੍ਹਾ ਨਾਲ ਹੁੰਦੀਆਂ ਨੇ। ਯੂ ਵਿਲ ਗੈਟ ਬਰਨਿੰਗ ਇਨ ਯੋਰ ਬੋਡੀ, ਹੱਥ ਪੈਰ ਸੜਨਗੇ, ਬਰਨਿੰਗ ਮਿਕਚੁਰੇਸ਼ਨ ਹੋ ਜਾਂਦੀ ਹੈ। ਸਾਰੇ ਕੋਲੋਂ ਜ਼ਿਆਦਾ ਸਾਨੂੰ ਸਿਗਨੀਫੀਕੈਂਟ ਕੀ ਦਿਸਦਾ ਹੈ, ਅਸੀਂ ਕੋਈ ਵੀ ਗਰਮ ਚੀਜ਼ ਖਾਂਦੇ ਹਾਂ ਮੂੰਹ 'ਚ ਛਾਲੇ ਆ ਜਾਂਦੇ ਆ, ਆਉਂਦੇ ਆ ਨਾ ਕਈਆਂ ਨੂੰ ਮੂੰਹ 'ਚ ਛਾਲੇ ਆ ਜਾਂਦੇ ਆ, ਤੇ ਤੁਹਾਡੇ ਯੂਰੀਨ 'ਚ ਤੁਹਾਨੂੰ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ, ਪੇਨ ਹੋਣੀ ਸ਼ੁਰੂ ਹੋ ਜਾਏਗੀ। ਦੈਟ ਇਜ਼ ਆਲ ਬਿਕੋਜ਼ ਆਫ ਪਿੱਤ ਵਧਿਆ ਹੋਏਗਾ, ਠੀਕ ਹੈ। ਤੇ ਫਿਰ ਹਿਮੰਤ ਵਿੱਚ ਇਹ ਸ਼ਾਂਤ ਹੋ ਜਾਂਦਾ। ਇਨ ਦਾ ਸੇਮ ਵੇ ਕਫ ਦੋਸ਼ ਜਿਹੜਾ ਹੈ ਉਹ ਸ਼ਿਸ਼ਿਰ ਰਿਤੂ ਵਿੱਚ ਐਕਿਊਮੂਲੇਟ ਹੋਣਾ ਸ਼ੁਰੂ ਹੋ ਜਾਂਦਾ ਹੈ, ਵਸੰਤ ਰਿਤੂ ਵਿੱਚ ਐਗਰੀਵੇਟ ਹੁੰਦਾ ਹੈ, ਤੇ ਗ੍ਰੀਸ਼ਮ ਵਿੱਚ ਉਹ ਪੈਸੀਫਾਈ ਹੋ ਜਾਂਦਾ ਹੈ। ਨੈਕਸਟ ਹੁਣ ਅਸੀਂ ਗੱਲ ਕਰਾਂਗੇ ਹੇਮੰਤ ਰਿਤੂ ਤੇ ਸ਼ਿਸ਼ਿਰ ਰਿਤੂ ਵਿੱਚ ਅਸੀਂ ਕੀ ਕੀ ਕਰਨਾ ਹੈ। ਹੇਮੰਤ ਰਿਤੂ ਜਨਵਰੀ, ਫੈਬਰਰੀ, ਅਕਤੂਬਰ ਤੋਂ ਤੁਸੀਂ ਲਗਾ ਲਓ, ਠੀਕ ਹੈ, ਸਰਦੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਦਾ ਜਿਹੜਾ ਵੀ ਟਾਈਮ ਹੈ ਦੈਟ ਕੰਸਟੀਟਿਊਟਸ ਆਫ 2 ਰਿਤੂਸ, ਹੇਮੰਤ ਐਂਡ ਸ਼ਿਸ਼ਿਰ, ਠੀਕ ਹੈ। ਹੇਮੰਤ ਇਜ਼ ਵਿੰਟਰ, ਸ਼ਿਸ਼ਿਰ ਜਿਹੜਾ ਥੋੜਾ ਜਿਹਾ ਹੋਰ ਕੋਲਡ ਹੋ ਜਾਂਦਾ ਹੈ, ਵੱਧ ਜਾਂਦੀ ਹੈ ਠੰਡ। ਰეკਮੈਂਡਡ ਫੂਡਸ ਜੈਗਰੀ, ਗੁੜ, ਮਿਲਕ ਪ੍ਰੋਡਕਟਸ, ਆਇਲ, ਉਰਦ, ਡਰਿੰਕਿੰਗ ਵਾਰਮ ਵਾਟਰ। ਹੈਵੀ ਫੂਡਸ ਖਾਣੇ ਆ ਤੁਸੀਂ, ਗੁਰੂ ਆਹਾਰ। ਕਿਉਂ ਖਾਣਾ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸਰਦੀਆਂ ਵਿੱਚ ਕੀ ਹੁੰਦਾ ਹੈ, ਹਾਊ ਮੈਨੀ ਆਫ ਯੂ ਨੋ ਦਿਸ ਵਰਡ ਕੰਸਟ੍ਰਿਕਸ਼ਨ, ਵੈਸੋ ਕੰਸਟ੍ਰਿਕਸ਼ਨ। ਸਿकुड़ਦਾ ਹੈ, ਆਪਾਂ ਇੱਦਾਂ ਕਰਦੇ ਆ ਨਾ, ਸਿकोड़ਦੇ ਆ ਨਾ ਆਪਣੇ ਆਪ ਨੂੰ, ਠੰਡ ਲੱਗਦੀ ਹੈ ਜਦੋਂ ਇੱਦਾਂ ਕਰੀਦਾ, ਸਾਡੇ ਰੋਮਕੂਪ ਵੀ ਬੰਦ ਹੁੰਦੇ ਆ। ਪਸੀਨਾ ਆਉਂਦਾ ਹੈ ਸਰਦੀਆਂ 'ਚ? ਆਉਂਦਾ ਹੈ? ਨਹੀਂ ਆਉਂਦਾ ਨਾ? ਕਿਉਂ ਨਹੀਂ ਆਉਂਦਾ? ਸਿਰਫ ਇਸ ਵਜ੍ਹਾ ਨਾਲ ਨਹੀਂ ਆਉਂਦਾ ਕਿ ਇੰਨੀ ਠੰਡ ਹੈ ਨਾ ਬਾਹਰ, ਤੁਹਾਡੇ ਰੋਮਕੂਪ ਸਾਰੇ ਬੰਦ ਹੁੰਦੇ ਆ, ਠੀਕ ਹੈ, ਤੁਹਾਡੇ ਰੋਮਕੂਪ ਬੰਦ ਹੁੰਦੇ ਆ। ਦੇयर ਇਜ਼ ਵੈਸੋ ਕੰਸਟ੍ਰਿਕਸ਼ਨ ਹੈਪਨਿੰਗ ਇਨਸਾਈਡ ਯੋਰ ਬੋਡੀ। ਤੁਹਾਡੀ ਬੋਡੀ ਦੀ ਹੀਟ ਬਾਹਰ ਨਹੀਂ ਆ ਰਹੀ, ਤੁਹਾਡੀ ਬੋਡੀ ਦੀ ਹੀਟ ਬੋਡੀ ਦੇ ਅੰਦਰ ਹੀ ਰਹਿ ਰਹੀ ਹੈ, ਠੀਕ ਹੈ। ਉਹ ਹੀਟ ਜਿਹੜੀ ਅੰਦਰ ਹੀ ਰਹਿ ਰਹੀ ਹੈ ਨਾ, ਤੁਹਾਨੂੰ ਭੁੱਖ ਵਧਾ ਦਿੰਦੀ ਹੈ ਉਹ। ਤੇ ਜੇ ਤੁਸੀਂ ਸਰਦੀਆਂ ਵਿੱਚ ਲਾਈਟ ਫੂਡ ਖਾਓਗੇ ਨਾ, ਤੁਹਾਨੂੰ ਫਿਰ ਭੁੱਖ ਲੱਗ ਜਾਣੀ ਹੈ, ਤੇ ਮੰਮੀ ਨੇ ਡੰਡੇ ਮਾਰ ਕੇ ਕੱਢ ਦੇਣਾ ਕਿ ਸਾਰਾ ਦਿਨ ਸਿਰ ਖਾਂਦੇ ਹੋ, ਰੋਟੀ ਦਿਓ ਰੋਟੀ ਦਿਓ। ਇਸ ਕਰਕੇ ਹੈਵੀ ਫੂਡ ਖਾਓ ਸਰਦੀਆਂ ਵਿੱਚ, ਠੀਕ ਹੈ। ਜਿਹੜਾ ਅਕਤੂਬਰ ਤੋਂ ਫੈਬਰਰੀ ਦਾ ਜਿਹੜਾ ਟਾਈਮ ਹੈ ਨਾ, ਟਰਾਈ ਟੂ ਟੇਕ ਹੈਵੀ ਫੂਡਸ। ਕਿਹੜੇ ਜਿਹੜੇ ਮੈਂ ਰეკਮੈਂਡਡ ਫੂਡਸ ਇੱਥੇ ਲਿਖੇ ਹੋਏ ਆ। ਡਰਿੰਕਿੰਗ ਵਾਰਮ ਵਾਟਰ ਸਾਨੂੰ ਸਾਰਿਆਂ ਨੂੰ ਪਤਾ ਹੈ। ਨਿਊਲੀ ਰਾਈਪਨਡ ਰਾਈਸ, ਇੱਕ ਹੁੰਦੇ ਆ ਜਿਹੜੇ ਨਵੀਂ ਫਸਲ ਕੱਟਦੀ ਹੈ, ਇੱਕ ਉਹ ਚਾਵਲ ਹੁੰਦੇ ਆ, ਇੱਕ ਹੁੰਦੇ ਆ ਸਾਡੇ ਘਰਾਂ 'ਚ ਪਿਛਲੀ ਫਸਲ ਕੱਟੀ ਹੋਈ ਸਟੋਰ ਕੀਤੀ ਹੁੰਦੀ ਹੈ, ਠੀਕ ਹੈ। ਜਿਹੜੇ ਨਵੇਂ ਚਾਵਲ ਹੁੰਦੇ ਆ ਨਾ, ਜੇ ਤੁਸੀਂ ਇਸ ਰਿਤੂ ਵਿੱਚ ਖਾਓਗੇ ਵਰਸ਼ਾ ਵਿੱਚ, ਤੁਸੀਂ ਦੇਖੋ ਤੁਹਾਨੂੰ ਖੱਟਾ ਪਾਣੀ ਬਣੇਗਾ, ਉਹ ਡਾਈਜੈਸਟ ਨਹੀਂ ਹੁੰਦੇ, ਦੇ ਆਰ ਹੈਵੀ ਟੂ ਡਾਈਜੈਸਟ। ਜਿਹੜੇ ਪੁਰਾਣੇ ਚਾਵਲ ਹੁੰਦੇ ਆ ਨਾ, ਠੀਕ ਹੈ, ਜਿਹੜੇ ਪਹਿਲੇ ਦੇ ਸਟੋਰ ਹੋਣਗੇ ਕੋਈ ਪੁਰਾਣੇ 2-3 ਸਾਲ ਦੇ, ਉਹ ਤੁਸੀਂ ਖਾਓਗੇ, ਦੇ ਆਰ ਲਾਈਟ ਟੂ ਡਾਈਜੈਸਟ। ਇੱਥੇ ਕੀ ਲਿਖਿਆ ਹੋਇਆ ਹੈ? ਨਿਊਲੀ ਰਾਈਪਨਡ ਰਾਈਸ, ਮਤਲਬ ਕਿ ਸਰਦੀਆਂ ਵਿੱਚ ਤੁਸੀਂ ਜੇ ਨਵੀਂ ਫਸਲ ਦੇ ਚੌਲ ਖਾਓਗੇ ਨਾ, ਠੀਕ ਹੈ, ਉਹ ਤੁਹਾਨੂੰ ਖਰਾਬ ਨਹੀਂ ਕਰਨਗੇ, ਉਹ ਡਾਈਜੈਸਟ ਹੋ ਜਾਣਗੇ ਆਰਾਮ ਨਾਲ। ਕਿਉਂ? ਕਿਉਂਕਿ ਤੁਹਾਡੀ ਡਾਈਜੈਸਟਿਵ ਫਾਇਰ ਜਿਹੜੀ ਆ ਉਹ ਵਧੀ ਹੋਈ ਹੈ, ਠੀਕ ਹੈ। ਦੈਨ ਸਵੀਟ, ਸੋਰ ਐਂਡ ਸੌਲਟੀ, ਮਿੱਠਾ ਖਾਓ, ਖੱਟਾ ਖਾਓ, ਨਮਕੀਨ ਖਾਓ, ਕਿਉਂਕਿ ਮਿੱਠੀ ਚੀਜ਼
हैवी ਹੁੰਦੀ ਹੈ ਡਾਈਜੈਸਟ ਕਰਨ 'ਚ। ਕਨਸੈਪਟ ਸਾਰਾ ਜਿਹੜਾ ਹੈਗਾ ਤੁਹਾਡੇ ਮੈਟਾਬੋਲਿਜ਼ਮ ਤੇ ਤੁਹਾਡੀ ਡਾਈਜੈਸ਼ਨ ਤੇ ਫਿੱਟ ਬੈਠਦਾ ਹੈ। ਆਯੁਰਵੇਦ ਦੇ ਅਕੋਰਡਿੰਗ ਨਾ ਜਿਹੜੀ ਵੀ ਕੋਈ ਪ੍ਰੋਬਲਮ ਹੈ, ਛੱਡੋ ਆਯੁਰਵੇਦ, ਕਾਮਨ ਸੈਂਸ ਲਗਾਓ। ਕੁਝ ਖਾਂਦੇ ਹੋ ਤਾਂ ਹੀ ਬਿਮਾਰ ਪੈਂਦੇ ਹੋ ਨਾ, ਬਿਨਾਂ ਖਾਦੇ ਤੇ ਬਿਮਾਰ ਨਹੀਂ ਪੈਂਦਾ ਕੋਈ ਵੀ। ਪੈਂਦਾ? ਕੋਈ ਨਹੀਂ ਪੈਂਦਾ। ਮੋਮੋ ਖਾ ਲਏ, ਫੂਡ ਪੋਇਜ਼ਨਿੰਗ ਹੋ ਗਈ, ਕੋਲਡ ਡਰਿੰਕ ਪੀ ਲਈ, ਜ਼ੁਕਾਮ ਲੱਗ ਗਿਆ, ਹੈ ਨਾ? ਹੈ ਕਿ ਨਹੀਂ ਇਹ ਵੀ ਗੱਲ? पेट च कुछ जाएगा, ਤੁਹਾਡਾ ਡਾਈਜੈਸਟਿਵ ਮੈਟਾਬੋਲਿਜ਼ਮ ਸਟਾਰਟ ਹੋਏਗਾ, ਠੀਕ ਹੈ? ਉਹਦੇ ਵਿੱਚੋਂ ਯੂਜ਼ਫੁਲ ਪਾਰਟ ਤੁਹਾਡੀ ਬਾਡੀ 'ਚ ਰਹੇਗਾ, ਜਿਹੜਾ ਯੂਜ਼ਫੁਲ ਨਹੀਂ ਹੈ ਉਹ ਫੀਸਿਸ ਬਣ ਕੇ ਨਿਕਲ ਜਾਏਗਾ, ਯੂਰੀਨ ਬਣ ਕੇ ਨਿਕਲ ਜਾਏਗਾ। ਇੱਦਾਂ ਹੀ ਹੁੰਦਾ ਹੈ ਨਾ? ਸਾਇੰਸ ਦੇ ਬੱਚੇ ਉਹ ਸਾਰੇ ਜਾਣਦੇ ਹੋ। ਤੇ ਗੱਲ ਇੱਥੇ ਸਾਰੀ ਕੀ ਆਉਂਦੀ ਹੈ ਕਿ ਸੋਚ ਸਮਝ ਕੇ ਖਾਣ ਦਾ ਕੰਟਰੋਲ ਤੁਸੀਂ ਕਰੋ, ਠੀਕ ਹੈ? ਜੋ ਵੀ ਤੁਸੀਂ ਖਾਂਦੇ ਹੋ ਨਾ, that not only develop your physicality but that also develop your mental strength and emotional strength also, ठीक है? शराब पीओगे तो वधिया तो नहीं हैगा, दुध पीओगे तो वधिया है, ठीक है ना? शराब किहदी बनदी है? सड़ियां गलियां चीज़ां दी। वधिया चीज़ है वो? नहीं वधिया। की है उहदे च चंगा? दिमाग तो भी गए, लोग चार बेइज्जती करनगे, आपे किते डिगे होए पे होंगे, फायदा की है उहदा? दैट इज़ रॉन्ग थिंग। किते नहीं लिखिया तुसी शराब पीओ, ठीक है? ਜਿਹੜੇ ਪੀਂਦੇ ਉਹਨਾਂ ਨੂੰ ਵੀ ਰੋਕੋ। ਬੱਚੇ ਹੋ, ਦਾਦਾ ਦਾਦੀ ਸੁਣਦੇ ਹੁੰਦੇ ਆ ਬੱਚਿਆਂ ਦੀ, ਪੇਰੈਂਟਸ ਵੀ ਸੁਣਦੇ ਆ, ਠੀਕ ਹੈ? ਇੱਕ ਵਾਰੀ ਝਿੜਕਣਗੇ, ਦੂਜੀ ਵਾਰੀ ਝਿੜਕਣਗੇ, ਤੀਜੀ ਵਾਰੀ ਉਹਨਾਂ ਨੂੰ ਆਪ ਹੀ ਸ਼ਰਮ ਆਏਗੀ ਕਿ ਇਹ ਛੋਟਾ ਜਿਹਾ ਬੱਚਾ ਸਾਨੂੰ ਕੋਈ ਗੱਲ ਕਹਿ ਰਿਹਾ, ਸਾਨੂੰ ਇਹ ਨਹੀਂ ਕਰਨਾ ਚਾਹੀਦਾ, ਠੀਕ ਹੈ? ਅੱਗੇ ਗੱਲ ਹੈ recommended actions, ਤੁਹਾਨੂੰ ਕੀ ਚੀਜ਼ ਕਰਨੀ ਚਾਹੀਦੀ ਹੈ? covering up and protecting from cold winds, body and heat, head massage using sesame oil. Sesame oil is ਤਿਲ ਤੇਲ, ਗਰਮ ਹੁੰਦਾ ਹੈ ਉਹ, ਠੀਕ ਹੈ? exposing to sun and physical exercise is recommended. prohibited ਕੀ ਹੈ? light food, bath causing foods, drinking ਸ਼ਰਬਤ, ਸੱਤੂ mixed in water, ਈਟਿੰਗ ਅ ਲਿਮਿਟਡ ਮੇਜਰ ਕੁਆਂਟਿਟੀ ਆਫ ਫੂਡ। ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਹੈਵੀ ਫੂਡ ਖਾਓ, ਐ ਨਹੀਂ ਸੋਚ ਕੇ ਖਾਣਾ, ਥੋੜਾ ਭੁੱਖ ਜ਼ਿਆਦਾ ਲੱਗਦੀ ਹੈ ਉਸ ਟਾਈਮ। ਤੇ ਅੱਗੇ ਕਾਮਨ ਡਿਜ਼ੀਜ਼ਸ ਕਿਹੜੀਆਂ ਨੇ? ਸੰਧੀ ਸਤਬਦਤਾ, ਸੰਧੀ ਇਜ਼ ਜੁਆਇੰਟ, ਸਤਬਦਤਾ ਇਜ਼ ਸਟਿਫਨੈਸ। ਸੰਧੀ ਸ਼ੂਲ, ਜੁਆਇੰਟ 'ਚ ਪੇਨ ਹੋਏਗੀ, ਸਟਿਫਨੈਸ ਹੋਏਗੀ। ਪ੍ਰਤਿਸ਼ਾਏ ਮੀਨਸ ਕਿ ਤੁਹਾਨੂੰ ਕੋਰਾਈਜ਼ਾ, ਰਨਿੰਗ ਨੋਜ਼, ਜ਼ੁਕਾਮ ਵਗੈਰਾ। श्वास एंड कास, श्वास होंदा है साह की प्रॉब्लम, एस्थमा वगैरह, ठीक है? रेस्पिरेटरी डिसऑर्डर्स। कास इज कफ। तो कॉमन इंटरवेंशन च्यवनप्राश, वी ऑल नो, ये असी लै सकते हैं। अश्वगंधा असी लै सकते हैं। योगराज गुगलू क्योंकि पेन वगैरह नूं ये सबसाइड करता है। तो महानारायण ऑयल मसाज करो, ठीक है? नैक्सट इज़ वसंत ऋतु, स्प्रिंग सीजन, मार्च टू अप्रैल। ਇਹਦੇ ਵਿੱਚ ਕੀ ਹੁੰਦਾ ਹੈ? ਕਫ ਦੋਸ਼ ਜਿਹੜਾ ਹੈ ਉਹ ਐਗਰੀਵੇਟਡ ਸਟੇਜ ਵਿੱਚ ਹੈ, ਠੀਕ ਹੈ? ਪ੍ਰਕੋਪਿਤ ਸਟੇਜ ਵਿੱਚ ਹੈ। ਤੇ ਇਹਦੇ ਵਿੱਚ ਅਸੀਂ ਕੀ ਕਰਨਾ ਹੈ? ਲਾਈਟ ਫੂਡ ਖਾਣਾ ਹੈ, ਬਟਰ ਮਿਲਕ ਲੈਣਾ ਹੈ, ਹਨੀ ਲੈਣਾ ਹੈ, ਵੀਟ, ਜੌਂ ਤੇ ਸ਼ੁੰਠੀ। ਸ਼ੁੰਠੀ ਇਜ਼ ਸੁੰਡ, ਡਰਾਈ ਜਿੰਜਰ, ਠੀਕ ਹੈ? ਐਕਸ਼ਨਸ ਕਿਹੜੇ ਨੇ? ਫਿਜ਼ੀਕਲ ਐਕਸਰਸਾਈਜ਼ ਕਰਨੀ ਹੈ। ਫਿਜ਼ੀਕਲ ਐਕਸਰਸਾਈਜ਼ ਅਸੀਂ ਜਿੰਨੀ ਕਰਾਂਗੇ ਨਾ, ਉਹ ਬੋਡੀ ਅਸੀਂ ਕੀ ਕਹਿੰਦੇ ਹਾਂ, ਕੈਲੋਰੀਜ਼ ਨੂੰ ਉਹ ਬਰਨ ਕਰ ਰਿਹਾ ਹੈ ਨਾ? ਕੈਲੋਰੀਜ਼ ਆਰ ਵਾਟ? ਕਾਰਬਸ। ਕੈਲੋਰੀਜ਼ ਆਰ ਵਾਟ? ਕਾਰਬਸ ਹੈ ਨਾ, ਐਕਸਟਰਾ ਤੁਹਾਡੀ ਬੋਡੀ 'ਚ ਐਵੇਂ ਪਏ ਰਹਿੰਦੇ ਆ, ਫੈਟਸ ਪਈ ਰਹਿੰਦੀ ਆ। ਐਂਡ ਜਿਹੜੀ ਚੀਜ਼ ਵਿੱਚ ਸਨੇਹਤਾ ਹੋਏਗੀ ਨਾ, ਠੀਕ ਹੈ, ਉਹ ਜਿਹੜੀ ਹੈਗੀ ਉਹ ਕਫ ਨਾਲ ਤੁਸੀਂ ਕੋਰੀਲੇਟ ਕਰ ਦਿੰਦੇ ਹੋ। ਅਤੇ ਅਸੀਂ ਉਹੀ ਚੀਜ਼ ਬਰਨ ਕਰਨ ਲਈ ਫਿਜ਼ੀਕਲ ਐਕਸਰਸਾਈਜ਼ ਕਰਦੇ ਹਾਂ। ਅਤੇ ਫਿਜ਼ੀਕਲ ਐਕਸਰਸਾਈਜ਼ ਜਿਹੜੀ ਉਹ ਕਫ ਨੂੰ ਘੱਟ ਕਰੇਗੀ, ਠੀਕ ਹੈ? ਬਾਥ ਵਿਦ ਲਿਕਵਾਰਮ ਵਾਟਰ ਐਂਡ ਵਮਨ, MSCs ਇਜ਼ ਅ ਪੰਚਕਰਮਾ ਥੈਰੇਪੀ ਦੈਟ ਵੀ ਐਡਵਾਈਜ਼ਡ ਟੂ ਡੂ। इट्स नॉट इंपॉर्टेंट कि जेडे बंदे डिजीज़ड ने उही आके अपना बॉडी का टॉक्सीफिकेशन, प्यूरीफिकेशन करवान थ्रू दी आयुर्वेदा, बट ईवन दो वी हेल्दी पीपल वी शुड ऑल्सो गो फॉर दिस पंचकर्मा थैरेपीज एटलीस्ट वंस इन आवर लाइफ। जिदा असी हैल्दी है ना, सानू एग्रीवेटेड स्टेज विच है, वसंत ऋतु विच असी आके करवा लीए, वो ज़्यादा बैटर है। कॉन्सैप्ट जोड़े ने साडे डॉक्टर साहब बैठे दे ने, बहुत अच्छी तरीके नाल तुहानूं दस्सणगे। देयर इज़ अ लैक्चर ऑन दैट, मैं नहीं बोलती उहदे बारे ज़्यादा। दैन प्रोहिबिटेड फूड्स एंड एक्शनस ने एक्सपोजिंग टू सन, घी, ऑयली फूड्स, कोल्ड फूड्स, स्लीपिंग ड्यूरिंग द डे, ऑयली हैवी स्वीट सोर फूड। ये सारिया चीज़ां कफ नूं वधांदियां ने, इस करके सब नहीं तुसीं लेना। कॉमन डिजीज़ वही श्वास कास, मतलब रेस्पिरेटरी डिसऑर्डर्स,
कफ ਤੇ ਰੈਸਪੀਰੇਟਰੀ ਐਲਰਜੀ ਡਿਸਆਰਡਰਸ ਅਗਨੀ ਮੰਨਦੇ ਹੋ। ਅਗਨੀ ਮੰਨਦੇ ਦਾ ਮਤਲਬ ਹੈ ਤੁਹਾਡੀ ਡਾਈਜੈਸਟਿਵ ਫਾਇਰ ਵਿਲ ਬੀ ਲੈਸ, ਠੀਕ ਹੈ। ਰੋਟੀ ਖਾਓਗੇ ਉਹਨੂੰ ਟਾਈਮ ਲੱਗੇਗਾ ਡਾਈਜੈਸਟ ਹੋਣ 'ਚ, ਇਸ ਕਰਕੇ ਲਾਈਟ ਫੂਡ ਖਾਓ। ਦੈਨ ਅਜੀਰਨ, ਇੰਡਾਈਜੈਸ਼ਨ, ਅਜੀਰਨ ਇਜ਼ ਇੰਡਾਈਜੈਸ਼ਨ ਬੇਸਿਕਲੀ। ਤੇ ਕਾਮਨ ਇੰਟਰਵੈਂਸ਼ਨ ਮੈਂ ਲਿਖੀਆਂ ਹੋਈਆਂ ਨੇ, ਲਵੰਗਾ ਦੀ ਵੱਟੀ ਲੈ ਸਕਦੇ ਹੋ, ਸਿੱਤੋਪਲਾ ਦੀ ਚੂਰਨ ਲੈ ਸਕਦੇ ਹੋ, ਹਿੰਗ ਵਾਸ਼ਟਕ ਚੂਰਨ ਤੇ ਵਿਉਸ਼ਾਦੀ ਵੱਟੀ। ਇਹ ਜਿਹੜੀਆਂ 3-4 ਚੀਜ਼ਾਂ ਇੱਥੇ ਆਯੁਰਵੈਦਿਕ ਲਿਖੀਆਂ ਹੋਈਆਂ ਨੇ, ਇਹ ਮੈਂ ਤਾਂ ਲਿਖੀਆਂ ਨੇ ਸੋ ਦੈਟ ਕਦੇ ਤੁਹਾਨੂੰ ਦਿੱਕਤ ਹੋ ਵੀ ਜਾਏ, ਤੁਹਾਨੂੰ ਅਸੀਂ ਅੱਜ ਇੱਕ ਕਿੱਟ ਦੇ ਰਹੇ ਹਾਂ, ਉਹਦੇ 'ਚ ਇਹਨਾਂ ਵਿੱਚੋਂ ਕੁਝ ਚੀਜ਼ਾਂ ਹੈ ਨੇ, ਠੀਕ ਹੈ, ਬੈਨੀਫੀਸ਼ੀਅਲ ਹੋਏਗਾ। ਹੁਣ ਨਹੀਂ, ਆਪਣੇ ਕੋਲ ਰੱਖ ਲਓ। ਦੇ ਵਿਲ ਬੀ ਹੈਵਿੰਗ ਐਨ ਐਕਸਪਾਇਰੀ ਡੇਟ, ਯੂ ਕੈਨ ਯੂਜ਼ ਇਟ ਫਰਦਰ, ਬਾਅਦ 'ਚ ਵੀ ਕਰ ਸਕਦੇ ਹੋ। ਤੇ ਇਹ ਜਿਹੜੀਆਂ ਮੈਡੀਸਿਨਸ ਨੇ ਦੇ ਹੈਲਪ ਇਨ ਸਬਸਾਈਡਿੰਗ ਦਾ ਕਫ and they help in helping in this maintaining and correcting your digestive fire, ठीक है। next ग्रीष्म ऋतु आ गई, फिर समर की गल, अप्रैल मई जून। ਇਹਦੇ ਵਿੱਚ recommended food ने water mix with sugar, सत्तू mix with water, milk, rice, ghee, मूंग, coconut water, शरबत and plenty of water। recommended actions are कूल प्लेस, स्लीपिंग ड्यूरिंग द डे टाइम। सिर्फ समर सीजन विच तुसी दिने सो सकते हो, बाकी किसी भी सीजन विच दिन दे टाइम नहीं सोना, ठीक है। ओनली इन समर सीजन इट इज़ रिकमेंडेड। तुहाडा बल जिहड़ा है वो तुहाडी स्ट्रेंथ घट है, ठीक है। दैन प्रोहिबिटेड की है फिजिकल एक्सरसाइज, क्योंकि ऑलरेडी मैं पिछली स्लाइड से दस्सिया सी ग्रीष्म ते वर्षा विच तुहाडी स्ट्रेंथ बहुत घट हुंदी है। ऑलरेडी स्ट्रेंथ इज़ लैस, तुसी फिजिकल एक्सरसाइज करोगे तुसी वीक हो जाओगे, स्वैटिंग बहुत होंदी है, तुहानू डिहाइड्रेशन हो जाएगी, ठीक है। इस करके मिनिमल फिजिकल एक्सरसाइज करो या सिंपली यू कैन डू योगा, ठीक है, तुहाडी बॉडी सही रहे तां। दैन एक्सपोजर टू सन, कर्ड, पंजेंट, सोर, साल्टी एल्कोहलिक बेवरेजेस नहीं लैने तुसी। कॉमन डिजीज़ ने सन स्ट्रोक, एग्जॉशन, अरुचि मीनस खान का मन नहीं करता, अरुचि खान का मन नहीं करता, अरुचि सानू रुचि नहीं हैगी किसी काम च, सानू रोटी खान का मन नहीं करेगा, बिकॉज साडी जिहड़ी डाइजेस्टिव फायर है दैट इज़ वेरी वीक इन दिस ऋतु। तृष्णा, तृष्णा इज़ थर्स्ट। एक होया नॉर्मली जिहड़ी सानू पानी, ठीक है, प्यास लग रही है, बट एक होया तृष्णा। तृष्णा मीनस कि एक्सैसिव पानी पी रहे हो तुसी, दैट इज़ डिजीज़। वो नॉर्मल तृष्णा हुई, नॉर्मल प्यास, एक कोई डिजीज़, ठीक है। कॉमन इंटरवेंशनस आर षडंग पानी है, ये आयुर्वेदिक इंटरवेंशन है। आम्रपानक, आम्रपानक इज़ आम पन्ना, सुनिया होएगा सारिਆਂ ने, ठीक है। आम पन्ना वो ठंडा हुंदा है। तक्र सेवन, तक्र इज़ लस्सी, लस्सी, ठीक है, लस्सी तुसी लै सकते हो, दिस इज़ वेरी गुड। शीतल शरबत असी लै ही लैंदे आ, रूह अफ़ज़ा पी लिया, नींबू पानी पी लिया। उशीर आसव ते चंदन आसव, चंदन ठंडा हुंदा है, आयुर्वेदिक मैडिसिन्स ने उशीर आसव, चंदन आसव ये बॉडी नू ठंडा रखदियां ने, कूल डाउन करदियां। नैक्सट शरद ऋतु, शरद ऋतु विच जिहड़ा हैगा पित्त दोष वधिया हुंदा है, इस करके ये रैकमेंडेड फूड है। घी विद बिटर सबसटांसिस, तुसीं इहदे च करेले खा सकते हो, तुहाडे पित्त नू वो थोड़ा जिहा सही रखणगे, बट थोड़ा घिओ लै लो उहदे नाल। दैन राइस, वीट, जौ, मूंग, शुगर, परवल, ठीक है। रैकमेंडेड एक्शंस है एक्सपोजर टू मून लाइट, मून लाइट विच निकलो, चंद्रमा की रोशनी ठंडी ठंडी होंदी है, उहदे विच निकलो। दैन प्रोहिबिटेड की है डे टाइम स्लीप, फैटी फूड्स, कर्ड। कॉमन डिजीज़ है अम्ल पित्त, शीत पित्त ते कंडू। अम्ल पित्त इज़ खट्टा पानी बनता है, सोर बेल्चिंग्स होंदियां ने, डाइजेशन की प्रॉब्लम। शीत पित्त है एलर्जी, अर्टिकेरिया नूं असीं कहंदे आ, एलर्जी होंदी है, कई लोगों को स्किन एलर्जी होंदी है। कंडू इज़ इचिंग, दिस इज़ वाई इट इज़ हेयर। एक किहदे बाद आ रहा, शरद किहदे बाद आ रहा, वर्षा के बाद, वर्षा के बाद आ रहा, ठीक है। वर्षा ऋतु इज़ ये टाइम कितना दा है, डैम्प सीजन है, डैम्पनेस एवरीवेयर, पानी पानी हाड़ आया हुआ है, बारिश, डैम्पनेस, स्मैल आती है ना, दीवारां गिल्लियां, फर्श गिला, हर चीज़ गिली। बैक्टीरिया बहुत ज़्यादा ग्रो कर रहा, इन्ने फ्लड्स आ रहे हैं, पीपल आर डाइंग एवरीवेयर, पानी तो साडा कंटैमीनेट हो रहा है ना, हर चीज़ खराब हो रही है। लाइक ये जिहड़ा है सब तो ज़्यादा इंप्योरिटी वाला सीजन है कि पानी जिहड़ा है वो भी बॉयल करके पीओ, मैं अगे दसांगी तुहानूं, ठीक है। तो ਇਹਦੇ ਵਿੱਚ ਐਲਰਜਿਕ ਪ੍ਰੋਬਲਮਸ ਵੀ ਜ਼ਿਆਦਾ ਵੱਧਦੀਆਂ ਨੇ, ਬੈਕਟੀਰੀਅਲ ਇਨਫੈਕਸ਼ਨ ਵੱਧਦੀਆਂ ਨੇ, ਫੰਗਲ ਗਰੋਥ ਵੱਧਦੀ ਹੈ, ਠੀਕ ਹੈ। ਤੇ ਇਚਿੰਗ, ਸਕਿਨ ਐਲਰਜੀਜ਼,
ज़्यादा ने इस टाइम, ठीक है, क्योंकि डैम्पनेस इज़ ऑल ओवर, हर जगह डैम्पनेस है, दैट्स अ रीज़न। फिर ये बाद कॉमन इंटरवेंशन विच उशीर आसव, चंदन आसव ते यष्टि मधु चूर्ण है। यष्टि मधु मुलट्ठी का पाउडर, मुलट्ठी का पाउडर जिहड़ा हैगा मैं तुहानूं वैसे भी दसदा, नॉर्मली लै सकते हो तुसी सारे, बच्चों तो लैके वड्डियां तक सब 3 ग्राम मुलट्ठी का चूਰਨ डेली बिफोर फूड इफ़ यू टेक विद मिल्क, ਤੁਹਾਡੀ ਬੱਚਿਆਂ ਦੀ ਜਿਹੜੀ ਇਹ ਕਨਸੈਂਟਰੇਸ਼ਨ ਐਂਡ ਬ੍ਰੇਨ ਦੀ ਪਾਵਰ ਹੈ ਨਾ ਟੂ ਰਿਟੇਨ ਦ ਥਿੰਗਸ ਦੈਟ ਵਿਲ ਇਨਕਰੀਜ਼, ਠੀਕ ਹੈ। ਜਿਹੜੇ ਘਰ 'ਚ ਵੱਡੇ ਬਜ਼ੁਰਗ ਨੇ ਡਾਇਬਟਿਕ ਹਾਈਪਰਟੈਂਸਿਵ, ਉਹਨਾਂ ਨੂੰ ਬੋਲੋ, ਬਿਕੋਜ਼ ਵਿਦ ਟਾਈਮ ਐਂਡ ਬਾਈ ਟੇਕਿੰਗ ਮੈਡੀਸਿਨਸ ਉਹਨਾਂ ਦੀ ਵੀ ਜਿਹੜੀ ਸੋਚ ਅਤੇ ਮੈਮੋਰੀ ਆ ਉਹ ਘਟਦੀ ਹੈ, ਉਹਨਾਂ ਨੂੰ ਵੀ ਤੁਸੀਂ ਦੇ ਸਕਦੇ ਹੋ, ਠੀਕ ਹੈ। ਐਂਡ ਕੱਲ੍ਹ ਮੈਂ ਦੇਖਿਆ ਸੀ, ਆਈ ਵਾਜ਼ ਰੀਅਲੀ ਡਿਸਅਪੋਇੰਟਿੰਗ कि इत्थे बच्चे दुध के नाँ ते थोड़े जे बच्चों का हथ खड़ा सी। दुध एक ऐसी चीज़ है जिहड़ी जन्म तो लैके मरण तक सानू छड्डनी नहीं चाहिए, दैट इज़ अ कंप्लीट फूड, ठीक है। जिहड़े बच्चे नहीं पींदे वो भी दुध पियो, ठीक है। स्लीप की गल कीती सी कल मैम ने, वो भी मैं तुहानू रीज़न दसदा। स्लीप क्यों जरूरी है? यू आर इन ग्रोइंग ईयर्स, जदों तुसीं सौंदे हो ना, तुहाडा पिट्यूटरी ग्लैंड जिहड़ा हैगा दैट वर्कस, बॉडी वर्क करती है, ठीक है। असी सोंदे असी मर नहीं जाते, सिर्फ थोड़ा स्लो डाउन हो जाते हैं, बॉडी स्लो होंदी है बट बॉडी चलती है, दिल भी धड़कता है, हर सिस्टम काम करता है, ठीक है। ਉਹਦੇ 'ਚ ਕੀ है, ਜਦੋਂ ਤੁਸੀਂ ਸੌਂਦੇ ਹੋ ਨਾ ਤੁਹਾਡਾ ग्रोथ हार्मोन सिक्रीट ਹੁੰਦਾ है, ठीक है। ग्रोथ हार्मोन सिक्रीट ਹੁੰਦਾ है ਤੇ ਤੁਹਾਡੀ ਉਹ ग्रोथ ਵਿੱਚ ਹੈਲਪ ਕਰਦਾ ਹੈ। ਜਿਹੜੇ ਬੱਚੇ ਨਹੀਂ ਟਾਈਮ ਸਿਰ ਸੌਂਦੇ ਉਹਨਾਂ ਦੀ ग्रोथ हैम्पर हो जाती है। ਹੁਣ ਅੱਗੇ ਤੁਸੀਂ ਆਪ डिसाइड कर लो टाइम सिर सोना है या रात जागना है, क्योंकि स्कूल तो चल नहीं रहे, लग ही नहीं रहे, की फर्क पै रहा, सोच लो, डिसाइड। नैक्सट वर्षा ऋतु, हुण असीं आ गया मेन टॉपिक ते, मॉनसून रेनी सीजन, ये रैकमेंडेड फूड्स ने ड्रिंक्स एंड डाइट मिक्स विद हनी। इस टाइम तुसीं पानी विच हनी मिक्स करके लो, दैट इज़ वेरी गुड। हाँ, सोर सॉल्टी ओल्ड सीरियल्स, बारले, वीट, शाली, प्रोसेस सूप ऑफ ग्रेन्स, ठीक है। रेकमेंडेड एक्शन विद ड्राई मसाज, स्टे इन लेस ह्यूमिड प्लेसेस, वेयरिंग गारलैंड्स, परफ्यूम्स, अवॉइड डे स्लीपिंग एंड प्रोहिबिटेड की है इंप्योर एंड कंटैमिनेटेड वाटर। कॉमन डिजीज़ ने अम्ल पित्त मीनस तुहानूं सोर बैल्चिंग होएगी, खट्टा पानी वधेगा, डाइजेशन स्लो है, सोच समझ के खाओ। कॉलरा, डायरिया, डिसेंट्री एंड स्किन डिजीज़ एंड उष्णोदक मीनस थोड़ा ल्यूकवार्म वाटर विद हनी लै सकते हो, त्रिकटू चूर्ण लै सकते हो एंड हरिद्रा खंड लै सकते हो। नैक्सट चीज़ मैं थोड़ियां जिहियां होर चीज़ां एवें थोड़ियां कंपाइल कीतियां सी कि तुसी गर्म फ्रैश लाइट ईजी टू डाइजेस्ट फूड स्पैशली होम कुकड फूड खाओ, क्योंकि बाहर कंटैमीनेशन है इस टाइम। फ्रैश जिंजर विद रॉक सॉल्ट बिफोर एवरी मील, जिहड़ी तुहाडे डाइजेशन नूं इंक्रीज़ करे। फ्रैश जिंजर, लैमन एंड ब्लैक पेपर टू एनहांस डाइजेशन। ड्रिंक क्लीन बॉयल्ड एंड कूल वाटर विद हनी, यूज़ वेरी थिन बटर मिल्क, टेक लाइट मील्स, कट आउट फास्ट फूड एंड स्टेल फूड ना खाओ, बासी खाना ना खाओ। ग्रीन लीफी वैजिटेबल अवॉइड करो क्योंकि कीड़े वगैरह हो सकते हैं इस मौसम। आइसी कोल्ड वाटर ना पियो। फूड एंड बेवरेजेस इन्हों भी अवॉइड करो। नैक्सट अवॉइड हैवी एक्सरसाइजिज एंड ओवर एग्जर्शन। माँ की दाल ते राजमा थोड़े अवॉइड करो इस टाइम। ड्रिंकिंग एक्सेस फ्लूइड एज इट स्लो डाउन द डाइजेशन, बहुत ज़्यादा पानी ना पियो। अवॉइड गोइंग इन वेट डैम्प प्लेसिस एंड ऑल्सो टू रिवर बैंक्स। ते तिल तेल अप्लाई करो बॉडी ते। सिप वार्म हर्बल टी, चाह पी सकते हो तुसी जिस तुलसी वगैरह अदरक वगैरह पाई होवे। ड्राई क्लोथ्स इन द सनलाइट एंड ऑल्सो आयरन योर क्लोथ्स फ्रॉम इनसाइड, बाहरों नहीं अंदरों भी क्लोथ्स नू आयरन करो, ठीक है। पसीना, बैक्टीरियल ग्रोथ, फंगल ग्रोथ उहदे तो बचन लई। अवॉइड वॉकिंग इन डर्टी वाटर टू अवॉइड द रिस्क ऑफ लेप्टोस्पायरोसिस इन्फेक्शन एंड वेयर प्रॉपर शूज़, ड्राई सॉक्स एंड कीप योर फीट ड्राई। ये कुछ मैं दालां दे ते फ्यू फूड्स दे मैं इत्थे थोड़े जे करैक्टरिस्टिक लिखे ने, बाद तुसी स्लाइड्स लैके देख लियो, टाइम ज़्यादा हो गया। दैन नैक्सट इज़ ऋतु संधि की गल है। ऋतु संधि की होंगी है लास्ट 7 days ऑफ गोइंग ऋतु, नैक्सट 7 days ऑफ कमिंग ऋतु। पिछले 7 दिन होने वाले, संग्रांत तो पहले 7 दिन हौली हौली पिछला फूड छड्डो, पिछली एक्शन छड्डो,
अगले 7 दिन अगली ऋतु का सारा अडैप्ट करो। एकदम अडैप्ट करोगे तो की होएगा, प्रॉब्लम, तुहाडी बॉडी एकदम एकोमोडेट नहीं कर पाएगी। नैक्सट इज़ ये तुहानूं हुण कुछ किट्स मिलणगियां मैडिसिनस दियां, उन्हां 'च जो मैडिसिनस ने ये उन्हां दे बारे इन्फॉर्मेशन है, ठीक है। ये PPTs जड़ियां ने मैं सर को प्रोवाइड कर दांगी, यू कैन टेक, यू कैन सी आफ्टरवर्ड्स। तुहाडे कोल मैडिसिनस ने, उहदे 'च तुलसी टैबलेट है, दैट इज़ फॉर एंटीवायरल एंड इम्यूनोमोड्यूलेटर है, वो डेली लै सकते हो। बच्चे हो एक एक टैबलेट सवेरे शामी लै लो, जोड़े वड्डे ने वो 2 टैबलेट लै लैन। कूका टैबलेट होएगी, वो चूसन वाली गोली है, बहुत वधिया है। तुहानूं गले 'च किते थ्रोट इन्फेक्शन है, गला खराब है, खराश है, वो टैबलेट एक घंटे बाद तुसीं लै सकते हो। अश्वगंधा टैबलेट इज़ इम्यूनोमोड्यूलेटर, एंटीऑक्सीडेंट फॉर डायबिटीज़, हाइपरटेंशन, स्लीप डिसऑर्डर्स एंड जनरल वीकनेस। ये मेडिसिन 1 तो 2 टैबलेट्स विद मिल्क एवरीवन कैन टेक। बच्चे 1 टैबलेट लै लैन, वड्डे 2 टैबलेट्स लै लैन, ठीक है। दैन ब्राह्मी वटी है, बच्चे सारे स्कूल गोइंग हो, ब्राह्मी तुहाडे ब्रेन लई, कॉन्सनट्रेशन, मैमरी लई बहुत वधिया है। इट इज़ अ ब्रेन टॉनिक, मैमरी एनहांसर है, स्लीप डिसऑर्डर्स च भी काम करती है। 1 to 2 टैबलेट विद मिल्क आफ्टर मील्स ट्वाइस अ डे। एंथल असी बैंडी एल्बेंडाजोल देंदे हैं बच्चों को कीड़ियां लई, ये वर्म इन्फेस्टेशन लई आयुर्वेदिक मेडिसिन है, टैबलेट है एंथल, ठीक है। दैन हिमटोन फोर्ट अनीमिया एंड जनरलाइज वीकनेस लई। लैरिसिन हैगी है टैबलेट, दैट इज़ फॉर टॉन्सिलाइटिस, फॉर थ्रोट इन्फेक्शन। सिरप होएगा कासर फॉर कफ सिरप है वो 5 to 10 ml, 1 to 2 चम्मच। एंथल सिरप इज़ देयर, दैट इज़ फॉर वर्म इन्फेस्टेशन। अशोकारिष्ट जड़ियाँ कुड़ियां नूं किट्स मिलणगियां, सिर्फ उस किट विच अशोकारिष्ट होएगा, बाकी किसी नहीं, क्योंकि अशोकारिष्ट फॉर ओनली फॉर फीमेल हैल्थ, ठीक है। तुहानूं जो किट्स मिलणगियां असीं एक बारी फिर दस देंगे। अनुतेल इज़ देयर एंड सितोप्लादी चूर्ण इज़ देयर, वी विल टेल यू आफ्टरवर्ड्स। थैंक यू। सॉरी टाइम ज़्यादा हो गया।